वाहिगुरु जी का खालसा वाहिगुरु जी की फतेह। सतसंग दियां पावन घड़ियां दे विच बड़ी शिद्दत दे नाल आप जी जुड़ बैठे हो। सतगुरां दी रहमत दे नाल ये समा प्राप्त होया है। आओ इस वक्त का पूरा लाभ प्राप्त करिए। सतगुरां दे वरताए हुए पावन चोजां प्रतिदिन आप जी बड़ी श्रद्धा नाल श्रवण करते हो। चल रहे पावन प्रसंगां दे विचों कल शाम के प्रकरणां विच आप जी ने श्रवण कीता सी। जदों समय दे नवाब दे सामने मुनशी नूं बुलाया गया, लेखे जोखे का जिक्र होया है। मुनशी जादो राय ने आखिया नवाब साहब गल समझ तो बाहर है। बड़ी बार पढ़न ते विचारन तो बाद भी तुसी घाटे विच गए हो। गुरु नानक साहब महाराज 321 दे वादे विच ने। नवाब हैरान है, आश्चर्य है। निंदका ते चुगलखोरां दे मुंह वल वेखदा है। ये लोग ते कहते सी मोदी खाने का मालिक मोदी खाना छड्ड के दौड़ेगा। साडी ते तुहाडी बदनामी होएगी, ये पक्का है। पर हजारां लोग की कहते सी गुरु नानक साहब सच्चे पातशाह ने की कर दिखाया। किते ना किते नवाब दे मन विच आया एक खुदा मौला दा कोई चमत्कार है, कोई अजमत है। गुरु नानक साहब सच्चे पातशाह जी दे जीजा नूं आखण लगिया, नवाब जो आपां सुनिया सी जयराम जी वो नहीं है। इन सारे प्रसंगां दा आप जी ने भरपूर आनंद विस्तार सहित माणे है। आओ कुछ समा मनचित व्यक्तियों नूं एकाग्र चित बनाइए। कोई भी जेबा रसना बाजी ना रहे। लवाओ हाजरी अदब सहित आखो जी सतनाम श्री सतनाम श्री वाहिगुरु साहिब जी। दौलत खान समझ सब भांति चाहत हृदय देन तन थाती। जिस वेले नवाब दौलत खान दे सामने उन्हां लोकां ने कह दिता भी गुरु नानक साहिब सच्चे पातशाह 321 दे वादे च ने। नवाब आश्चर्य सी, हैरान सी। उन्हें समझ नहीं आता कि हो की है। भरे दरबार विच आखिया जे सचमुच गुरु नानक साहब सच्चे पातशाह वादे विच ने ना, ये कोई अल्लाह ताला दा करिश्मा है ते उन्होंने सभा च बुलाया जाए। आज गुरु साहब नहीं बोले, उन्होंने वक्त बोले, उन्होंने कीती हुई कमाई बोली है। जीवन में किसी भी काम की कमाई करो, तुहानू बोल के जवाब ते सफाई देने की लोड़ नहीं, तुहाडियां कमाइयां बोलणगियां। नवाब ने सदा दिता है गुरु नानक साहब सच्चे पातशाह नूं सभा विच आउण अदब अदाब दे नाल।
ਤੇ ਮਾਨੀ ਮਨ ਨਵਾਬ ਦੇ ਮਨ 'ਚ ਆਇਆ ਵੀ ਜੇ ਸੱਚਮੁੱਚ ਉਹ ਵਾਧੇ ਵਿੱਚ ਨੇ ਤੇ ਮੈਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਲੋਕ ਤੇ ਕਰਦੇ ਆ ਨਿੰਦਿਆ, ਜ਼ਮਾਨਾ ਤੇ ਕਰਦਾ ਸੀ ਚੁਗਲੀਆਂ ਵੀ ਕਿਸੇ ਨਾ ਕਿਸੇ ਤਰੀਕੇ ਦੁਆਰਾ ਸਤਿਗੁਰਾਂ ਦੀ ਦੁਕਾਨ ਬੰਦ ਕਰਾਈ ਜਾਏ ਮੋਦੀ ਖਾਨੇ ਵਾਲੀ। ਪਰ ਚੁਗਲੀਆਂ ਫਲ ਗਈਆਂ। ਨਿੰਦਕਾਂ ਨੇ ਜਿੰਨੀ ਸੇਵਾ ਕੀਤੀ ਉਹਦਾ ਫਲ ਮਿਲ ਰਿਹਾ ਹੈ। ਨਵਾਬ ਨੇ ਮਨ ਵਿੱਚ ਸੋਚਿਆ ਇਹਨਾਂ ਨੂੰ ਮੈਂ ਧਨ ਦੀ ਥੈਲੀ ਦੇ ਦਿਆਂ, ਇਨਾਮ। ਇਮਾਨਦਾਰੀ ਵਰਤੀ ਹੈ। ਦਾਨ ਪੁੰਨ ਕਰਨ ਤੋਂ ਬਾਅਦ ਵੀ ਇਹਨਾਂ ਨੂੰ ਘਾਟਾ ਪਿਆ ਨਹੀਂ। ਕੋਸ਼ਪ ਦਾਸ ਪਠਾਏ ਬੁਲਾਇਆ, ਨਿਕਟ ਬਿਠਾਇਓ ਬਚਨ ਅਲਾਇਆ। ਉਸੇ ਵੇਲੇ ਨਵਾਬ ਲੋਧੀ ਨੇ ਆਪਣਾ ਕੋਸ਼ਪਤੀ ਖਜ਼ਾਨਚੀ ਕੋਲ ਬੁਲਾਇਆ, ਸੇਵਕ ਨੂੰ ਭੇਜ ਕੇ। ਅੱਜ ਕਿਸੇ ਮੁਨਸ਼ੀ ਨੂੰ ਜ਼ਿੰਮੇਵਾਰੀ ਨਹੀਂ ਲਾਈ, ਕਿਸੇ ਨਵੀ ਸਿੰਘ ਨੂੰ ਕੁਝ ਨਹੀਂ ਆਖਿਆ। ਸਭ ਤੋਂ ਵੱਡਾ ਜੋ ਉਹਦਾ ਖਜ਼ਾਨਾ ਮੰਤਰੀ ਹੈ, ਜਿਹਦੇ ਕੋਲ ਸੁਲਤਾਨਪੁਰ ਲੋਧੀ ਦਾ ਸਾਰਾ ਹੀ ਖਜ਼ਾਨਾ ਹੈ, ਉਹਨੂੰ ਆਪਣੇ ਕੋਲ ਬਿਠਾ ਕੇ ਹੱਥ ਜੋੜ ਬੜੇ ਅਦਬ ਦੇ ਨਾਲ ਉਹੀ ਨਵਾਬ ਕਹਿੰਦਾ ਹੈ ਜਿਹੜਾ ਕਹਿੰਦਾ ਸੀ ਨਾਨਕ ਜੀ ਤੋਂ ਲਿਖਾ ਲਓ, ਹਿਸਾਬ ਲਓ, ਇਹ ਸਾਡੀ ਬਰਬਾਦੀ ਕਰੇਗਾ। ਅੱਜ ਸੁਰ ਬਦਲੇ ਹੋਏ ਆ, ਖਿਆਲ ਬਦਲੇ ਹੋਏ ਨੇ, ਕਿਉਂਕਿ ਇਨਸਾਨ ਕਈ ਵਾਰ ਵੇਖਿਆ ਤੋਂ ਨਹੀਂ ਸਿੱਖਦਾ, ਜਗ ਬੀਤੀ ਤੋਂ ਨਹੀਂ ਸਿੱਖਦਾ। ਜਦ ਇਹਦੇ ਨਾਲ ਬੀਤ ਜਾਏ, ਹਰ ਬੀਤੀ ਹੋ ਜੇ, ਫਿਰ ਸਿੱਖ ਵੀ ਜਾਂਦਾ ਹੈ। ਇਹ ਉਹੀ ਨਵਾਬ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਵਿਰੁੱਧ ਚੁਗਲੀਆਂ ਸੁਣਦਾ ਸੀ, ਨਿੰਦਿਆ ਸੁਣਦਾ ਸੀ, ਅੱਜ ਪੋਲਾਈਟ ਹੋਇਆ ਹੈ, ਨਰਮ ਹੋਇਆ ਹੈ, ਬੜੇ ਅਦਬ ਦੇ ਨਾਲ ਆਪਣੇ ਖਜ਼ਾਨਚੀ ਨੂੰ ਕੋਲ ਬਿਠਾਇਆ ਏ। ਸੁਨੋ ਭਾਵਾਨੀ ਦਾਸੰ ਤੂਰਨ, ਦੀਜੈ ਮੋਦੀ ਸ਼ੇਖ ਸਪੂਰਨ। ਜਿਹੜਾ ਉਸ ਵੇਲੇ ਦਾ ਖਜ਼ਾਨਚੀ ਹੈ, ਭਾਈ ਬਾਲਾ ਜੀ ਉਹਦਾ ਨਾਮ ਦੱਸਦੇ ਨੇ, ਕਹਿੰਦੇ ਇਹਦਾ ਨਾਮ ਹੈ ਭਵਾਨੀ ਦਾਸ, ਖਜ਼ਾਨਚੀ ਨਵਾਬ ਸਾਹਿਬ ਦਾ। ਤੇ ਜਿਹਨੇ ਹਿਸਾਬ ਕਿਤਾਬ ਕੀਤਾ ਸੀ ਉਹਦਾ ਨਾਮ ਸੀ ਜਾਦੋ ਰਾਈ। ਤੇ ਜਾਦੋ ਰਾਈ ਉਸ ਖਜ਼ਾਨਚੀ ਵੱਲ ਵੇਖਦਾ ਹੈ ਵੀ ਅਸੀਂ ਤੇ ਗੁਰੂ ਸਾਹਿਬ ਨੂੰ ਨੀਚਾ ਵਿਖਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡੇਗੀ। ਰੱਬ ਸਬਬੀ ਉਹ ਇਹਨਾਂ ਦੇ ਵੱਲ ਇੰਨੇ ਪੈਸੇ ਨਿਕਲ ਆਏ। ਇੰਨੀਆਂ ਲਿਖਤਾਂ ਪੜਤਾਂ ਤੋਂ ਬਾਅਦ ਨਵਾਬ ਸਾਹਿਬ ਨੇ ਆਖਿਆ ਸਭ ਤੋਂ ਪਹਿਲਾਂ 321 ਰੁਪਏ ਇਹਨਾਂ ਨੂੰ ਸੌਂਪੇ ਜਾਣ। ਇੰਨੇ ਨੂੰ ਗੁਰੂ ਸਾਹਿਬ ਵੀ ਦਰਬਾਰ ਵਿੱਚ ਆ ਗਏ ਆ। ਉਹ ਇਸ ਲਈ ਕਹਿੰਦਾ ਹੈ ਵੀ ਹਿਸਾਬ ਕਿਤਾਬ ਬਰਾਬਰ ਹੋਣਾ ਚਾਹੀਦਾ। 321 ਦਾ ਵਾਅਦਾ ਜੋ ਗੁਰੂ ਸਾਹਿਬ ਦਾ ਹੈ ਉਹਨਾਂ ਨੂੰ ਬਖਸ਼ਿਆ ਜਾਵੇ। 3000 ਦੇਹੋ ਤਨ ਔਰੀ, ਆਗੇ ਚਲ ਹੈ ਕਾਲ ਬੋਰੀ। ਤੇ ਨਵਾਬ ਆਖਣ ਲੱਗੇ ਇਹ ਤੇ ਇਹਨਾਂ ਦਾ ਵਾਅਦਾ 321, ਇਹਦੇ ਚ ਨਾ ਅਸੀਂ ਕੁਝ ਘਟਾ ਸਕਦੇ ਆ ਨਾ ਵਧਾ ਸਕਦੇ ਆ, ਇਹ ਅਲੱਗ ਸੀ। ਗੁਰੂ ਸਾਹਿਬ ਨੂੰ ਭੇਟਾ ਕਰ ਦਿੱਤਾ 321 ਰੁਪਏ। ਸਤਿਗੁਰ ਲੈ ਕੇ ਬੜੇ ਪ੍ਰਸੰਨ ਹੋਏ, ਕਿਉਂਕਿ ਇੱਕ ਪਾਸੇ ਨਿੰਦਕ ਕਹਿੰਦੇ ਸੀ ਇਹ ਉਜਾੜ ਦੇਗਾ, ਇਹ ਭੱਜੇਗਾ ਛੱਡ ਕੇ ਮੋਦੀ ਖਾਨਾ। ਗੁਰੂ ਸਾਹਿਬ ਜਦੋਂ ਸਾਹਮਣੇ ਆਏ ਨਾ, ਨਵਾਬ ਆਖਣ ਲੱਗਿਆ ਮੈਂ ਆਪਣੀ ਖੁਸ਼ੀ ਨਾਲ ਇਹਨਾਂ ਨੂੰ 3000 ਰੁਪਇਆ ਭੇਟਾ ਕਰਨਾ ਚਾਹੁੰਦਾ। ਉਹਨਾਂ ਸਮਿਆਂ 3000 ਕਹਿ ਲਓ 3 ਲੱਖ, ਉਦੋਂ ਬੜੀ ਵੈਲਿਊ ਸੀ ਕੌਡੀਆਂ ਦੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਪਰਥਾਏ ਹੱਕ 'ਚ ਫੈਸਲਾ ਆਇਆ। ਕਿੱਥੇ 321 ਵਧੇ ਨੇ, ਕਿੱਥੇ ਜ਼ਮਾਨਾ ਕਹਿੰਦਾ ਸੀ ਉਹ ਇਹਨਾਂ ਤੋਂ ਘਰ ਵੇਚ ਕੇ ਵੀ ਪੈਸੇ ਨਹੀਂ ਭਰ ਹੋਣੇ, ਰਾਤੋਂ ਰਾਤ ਦੇ ਖਿਸਕ ਜਾਣਗੇ। ਅੱਜ 3000 ਖਜ਼ਾਨਚੀ ਨੂੰ ਆਖਿਆ ਵੀ ਹੁਣੇ ਗਿਣ ਕੇ ਲੈ ਕੇ ਆਓ। ਹੁਣ ਉਹਨਾਂ ਸਮਿਆਂ 'ਚ 3000 ਰੁਪਇਆ ਕਿੰਨਾ ਹੋਣਾ? ਬੋਲੀਆਂ ਭਰ ਜਾਂਦੀਆਂ, ਥੈਲਾ ਭਰ ਜਾਂਦਾ। ਖਜ਼ਾਨਚੀ ਨੇ ਸੱਤ ਬਚਨ ਆਖਿਆ। ਉਹ ਪੁੱਛਦਾ ਕਹਿੰਦਾ ਜੀ 3000 ਕਾਹਦੇ ਵਾਸਤੇ? ਕਹਿੰਦਾ ਮੈਂ ਖੁਸ਼ੀ ਨਾਲ ਦੇ ਰਿਹਾ ਵੀ ਆਪਣਾ ਮੋਦੀ ਖਾਨਾ ਹੋਰ ਵਧਾਓ। ਅੱਗੇ ਇੱਕ ਵਾਰ ਦਿੱਤਾ ਸੀ 1800, ਇੱਕ ਵਾਰ ਦਿੱਤਾ ਸੀ 1100। ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ 3000 ਆਪਣੀ ਤਰਫ ਤੋਂ ਨਵਾਬ ਦੇਣਾ ਚਾਹੁੰਦਾ ਏ। ਸੁਨ ਕਰ ਗਮਨਿਓ ਜਹਾਂ ਖਜ਼ਾਨਾ, ਨਿਕਟ ਹਕਾਰਿਓ ਕਿਰਪਾ ਨਿਧਾਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਨਵਾਬ ਦੌਲਤ ਖਾਨ ਨੇ, ਪਰ ਚੁੱਪ ਹੈ, ਅੰਦਰੋਂ ਸ਼ਰਮਿੰਦਾ ਵੀ ਹੈ ਵੀ ਅਸੀਂ ਤੇ ਪੂਰੀ ਵਾਹ ਲਾਈ ਹੋਈ ਸੀ ਨੀਚਾ ਵਿਖਾਉਣ ਦੀ। ਪਰ ਇਹ ਕਿਸੇ ਦੀਆਂ ਗੱਲਾਂ 'ਚ ਨਹੀਂ ਆਏ, ਬੇਪਰਵਾਹ ਰਹੇ ਨੇ।
ਹੱਥ ਜੋੜ ਕੇ ਨਵਾਬ ਕਹਿੰਦਾ ਗਰੀਬ ਨਵਾਜ ਖਜ਼ਾਨਚੀ ਦੇ ਕੋਲ ਜਾਓ 3000 ਅਲੱਗ ਤੋਂ ਲੈ ਲਿਓ 321 ਅਸੀਂ ਤੁਹਾਡੇ ਦੇਣੇ ਨੇ ਅਸੀਂ ਦੇਣਦਾਰਾਂ ਦੇ 321 ਗੁਰੂ ਸਾਹਿਬ ਨੇ ਕੋਈ ਚੰਗਾ ਕੋਈ ਮਾੜਾ ਕੋਈ ਹਾਂ ਕੋਈ ਨਾ ਕੁਛ ਨਹੀਂ ਆਖਿਆ ਸਤ ਵਚਨ ਆਖਿਆ ਜਿਸ ਪਾਸੇ ਖਜ਼ਾਨਚੀ ਸੀ ਭਾਈ ਬਾਲਾ ਜੀ ਨੂੰ ਲੈ ਕੇ ਉਸ ਥਾਂ ਤੇ ਆਏ ਨੇ ਗਿਨ ਕਰ ਧਨ ਦੀਨੇ ਤਿਨ ਥਾਤੀ ਜਹ ਤੇ ਛਾਤੀ ਜਰਤ ਅਰਾਤੀ ਉਸੇ ਥਾਂ ਤੇ ਖਜ਼ਾਨਚੀ ਨੇ ਬੁਲਾਇਆ ਉਸ ਮੁਨਸ਼ੀ ਨੂੰ ਜਿਹਨੇ ਪੂਰੀ ਵਾਹ ਲਾਈ ਹੋਈ ਸੀ ਕਿ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉੱਠਣ ਨਹੀਂ ਦੇਣਾ ਹਿਸਾਬ ਕਿਤਾਬ ਚ ਕਹਿੰਦੇ ਗਿਣ ਫਿਰ ਥੈਲੀਆਂ ਗਿਣਦਾ ਕਰ ਗਿਆ 3000 ਰੁਪਇਆ ਉਸ ਵੇਲੇ ਦਾ ਜਦੋਂ ਹੋ ਗਿਆ ਨਾ ਰਜਤ ਬਣ ਕਹਿੰਦੇ ਹੁਣ ਪਾਏ ਕਾਹਦੇ ਤੇ ਜਾਣਗੇ ਭਾਈ ਬਾਲਾ ਜੀ ਕਹਿੰਦੇ ਆਪਣੇ ਕੋਲ ਥੈਲਾ ਨਹੀਂ ਝੋਲਾ ਅੱਗੇ ਪੁਰਾਣੇ ਸਮੇਂ ਦੇ ਦੁਕਾਨਦਾਰ ਦੀ ਨਿਸ਼ਾਨੀ ਪਤਾ ਕੀ ਹੁੰਦੀ ਸੀ ਝੋਲਾ ਹੁੰਦਾ ਸੀ ਉਹਨਾਂ ਕੋਲ ਭਾਵੇਂ ਉਹ ਦੁਕਾਨ ਤੇ ਹੋਵੇ ਨਾ ਹੋਵੇ ਉਹਨੂੰ ਪਤਾ ਸੀ ਇਹ ਮੇਰਾ ਇੱਕ ਹਾਰਡਵੇਅਰ ਹੈ ਇੱਕ ਤਰ੍ਹਾਂ ਦਾ ਸਪੇਅਰ ਪਾਰਟ ਹੈ ਇਹਦੇ ਬਿਨਾ ਮੇਰਾ ਸਰਨਾ ਨਹੀਂ ਨਿਸ਼ਾਨੀ ਹੁੰਦੀ ਸੀ ਗੱਡੇ ਤੇ ਜਾਣਾ ਤਾਂ ਝੋਲਾ ਸਾਈਕਲਾਂ ਦੇ ਜ਼ਮਾਨੇ ਆਏ ਉਦੋਂ ਵੀ ਝੋਲੇ ਟੰਗੇ ਹੁੰਦੇ ਸੀ ਕਹਿੰਦੇ ਜੀ ਭਾਈ ਬਾਲਾ ਆਖਣ ਲੱਗੇ ਮਹਾਰਾਜ ਆਪਣੇ ਕੋਲ ਝੋਲਾ ਹੈ ਵੱਡਾ ਥੈਲਾ ਏ ਤੇ ਫਿਰ ਉਸੇ ਮੁਨਸ਼ੀ ਨੂੰ ਲਾਇਆ ਗਿਆ ਜੀ ਪੈਸੇ ਪਾਉਣ ਵਾਸਤੇ ਜਿਹੜਾ ਹਿਸਾਬ ਕਿਤਾਬ ਵਿੱਚ ਸੜਦਾ ਸੀ ਜਿਹਦੀ ਛਾਤੀ ਸੜੀ ਪਈ ਸੀ ਗੁਰੂ ਸਾਹਿਬ ਦੀ ਮਹਿਮਾ ਸੁਣ ਕੇ ਮਨ ਮਾਰਿਆ ਹੋਇਆ ਪਤਾ ਨਹੀਂ ਵਿਚਾਰੇ ਨੇ ਦਿਲ ਤੇ ਕਿੱਦਾਂ ਪੱਥਰ ਰੱਖਿਆ ਹੋਣਾ ਉਤੋਂ ਤੋਂ ਸਤਿਗੁਰਾਂ ਦੀ ਵਡਿਆਈ ਕਰਦਾ ਹੈ ਅੰਦਰ ਤੋਂ ਮਰਿਆ ਪਿਆਏ ਕੰਧ ਉਚਾਏ ਨੈ ਕਹਿ ਬਾਲਾ ਆਪਨ ਘਰ ਆਨੇ ਤਤਕਾਲਾ ਭਾਈ ਬਾਲਾ ਜੀ ਕਹਿੰਦੇ ਐ ਗੁਰੂ ਅੰਗਦ ਦੇ ਪਾਤਸ਼ਾਹ ਜਦੋਂ ਥੈਲਾ ਮਾਇਆ ਨਾਲ ਭਰ ਗਿਆ 3000 ਨਵਾਬ ਨੇ ਦਿੱਤੇ ਆ ਪਿਆਰ ਵਿੱਚ ਤੇ 321 ਗੁਰੂ ਸਾਹਿਬ ਦੇ 3321 ਰੁਪਏ ਥੈਲਾ ਭਰਿਆ ਕਹਿੰਦੇ ਮੈਨੂੰ ਮਰਦ ਨੇ ਇਸ਼ਾਰਾ ਕੀਤਾ ਵੀ ਰੱਖ ਲਾ ਮੋਢਿਆਂ ਤੇ ਕਹਿੰਦੇ ਥੈਲਾ ਚੱਕਿਆ ਨਾ ਜਾਵੇ ਪੈਸੇ ਦਾ ਭਾਰ ਬੜਾ ਸੀ ਮੁਨਸ਼ੀਆਂ ਨੇ ਹੱਥ ਲਵਾ ਕੇ ਥੈਲਾ ਮੋਢੇ ਤੇ ਰਖਾਇਆ ਮੈਂ ਕਿਹਾ ਮਰਦ ਫਿਰ ਘਰ ਨੂੰ ਚੱਲੀਏ ਸਤਿਗੁਰ ਕਹਿੰਦੇ ਨਹੀਂ ਇਹ ਵਸਤੂ ਮੋਦੀ ਖਾਨੇ ਦੀ ਹੈ ਚੱਲ ਬਾਲਿਆ ਫਿਰ ਮੋਦੀ ਖਾਨੇ ਲੈ ਚੱਲ ਆਪਣਾ ਨਾਮ ਹੈ ਮੋਦੀ ਖਾਨੇ ਦਾ ਆਪਨ ਕਹਿੰਦੇ ਨੇ ਬ੍ਰਿਜ ਭਾਸ਼ਾ ਤੇ ਦੁਕਾਨ ਨੂੰ ਸਤਿਗੁਰ ਕਹਿੰਦੇ ਚਲੋ ਦੁਕਾਨ ਤੇ ਚੱਲਦੇ ਆ ਭਾਈ ਬਾਲਾ ਜੀ ਕਹਿੰਦੇ ਮੈਂ ਉਸ ਮਾਇਆ ਦੇ ਚੁੱਕਿਆ ਸਾਰਿਆਂ ਦੇ ਸਾਹਮਣੇ ਚੱਲਿਆ ਜਿਹੜੇ ਕਹਿੰਦੇ ਸੀ ਇਹ ਭੱਜਣਗੇ ਇਹ ਜੇਲ੍ਹ ਜਾਣਗੇ ਇਹਨਾਂ ਕੋਲ ਕੁਛ ਨਹੀਂ ਬਦਨਾਮੀ ਖੱਟਣਗੇ ਜਦੋਂ ਸਾਡਾ ਭਰਿਆ ਥੈਲਾ ਵੇਖਦੇ ਨੇ ਕਹਿੰਦੇ ਮਰਨ ਨੂੰ ਥਾਂ ਨਹੀਂ ਲੱਭਦੀ ਆਖਰ ਸਾਡਾ ਨਾਮ ਗੁਰੂ ਨਾਨਕ ਸਾਹਿਬ ਪਾਤਸ਼ਾਹ ਬੇਪਰਵਾਹ ਕਹਿੰਦੇ ਚੱਲ ਬਾਲਿਆ ਚੱਲੀਏ ਸਤ ਕਰਤਾਰ ਕਹਿੰਦੇ ਹੋਏ ਸੱਚੇ ਪਾਤਸ਼ਾਹ ਕਚਹਿਰੀ ਤੋਂ ਬਾਹਰ ਆ ਗਏ ਚੱਲ ਜਰਾਮ ਤਬ ਤਿਹਠਾ ਆਵਾ ਸੁਖ ਦਾ ਪਿਖ ਹਿਰਦਾ ਹਰ ਖਾਵਾ ਮੋਦੀ ਖਾਨੇ ਤੇ ਜਾ ਕੇ ਸਤਿਗੁਰਾਂ ਨੇ ਆਖਿਆ ਬਾਲਿਆ ਸੁੱਟ ਦੇ ਥੈਲਾ ਇੱਥੇ ਅੰਦਰ ਸੁੱਟਦਾ ਕੋਈ ਸੰਭਾਲਿਆ ਨਹੀਂ ਤਜੋਰੀ ਚ ਨਹੀਂ ਰੱਖਿਆ ਤਾਲੇ ਨਹੀਂ ਲਾਏ ਗਿਣਤੀ ਨਹੀਂ ਮਾਰੀ ਵੀ ਕਿਤੇ ਘਾਟੀ ਨਾ ਜਾਣ ਦੁਬਾਰਾ ਗਿਣਨਾ ਆਪਣੇ ਕੋਲ ਕਿਤੇ 5000 10000 ਹੋਵੇ ਬੰਦਾ 20 ਵਾਰ ਗਿਣਤੀ ਮਾਰਦਾ ਜਿੰਨਾ ਮਰਜ਼ੀ ਝੂਠ ਬੋਲੀ ਜਾਏ ਪਹਿਲਾਂ ਘਰੋਂ ਗਿਣ ਕੇ ਲੈ ਕੇ ਆਊ ਦੇਣ ਲੱਗੇ ਵੀ ਕਾਊਂਟਿੰਗ ਕਰੂ ਵੀ ਵੇਖੀ ਕਿਤੇ ਵੱਧ ਨਾ ਚਲਿਆ ਜਾਏ ਮਾਇਆ ਦਾ ਹੁੰਦਾ ਨਾ ਤਾਂ ਕਿਤੇ ਨਾ ਕਿਤੇ ਭਾਈ ਬਾਲਾ ਜੀ ਕਹਿੰਦੇ ਫਕਰ ਸਤਿਗੁਰੂ ਬੇਫਿਕਰ ਬੇਪਰਵਾਹ ਥੈਲਾ ਲੈ ਕੇ ਸੁੱਟਿਆ ਕੋਈ ਗਿਣਤੀ ਨਹੀਂ ਕੀਤੀ ਸਤਿਗੁਰਾਂ ਦੇ ਜੀਜਾ ਦੀ ਦਰਬਾਰ ਦੇ ਵਿੱਚੋਂ ਉੱਠੇ ਨੇ ਨਵਾਬ ਸਾਹਿਬ ਦਾ ਸ਼ੁਕਰਾਨਾ ਕਰਕੇ ਬਾਹਰ ਆਏ ਸੋਚਿਆ ਕਹਿੰਦੇ ਮਨਾ ਘਰ ਕਾਹਨੂੰ ਜਾਣਾ ਚੱਲ ਇੱਕ ਵਾਰ ਜਾਈਏ ਮੋਦੀ ਖਾਨੇ ਵਧਾਈਆਂ ਲੈ ਆਈਏ ਕਿਉਂਕਿ ਸਭ ਤੋਂ ਵੱਡਾ ਦੁੱਖ ਇਹਨਾਂ ਨੂੰ ਸੀ ਵੀ ਜੇ ਕਿਤੇ ਘਾਟਾ ਪੈ ਗਿਆ ਸਭ ਕੁਝ ਵਿਕ ਜਾਣਾ ਹੈ ਬਦਨਾਮੀ ਵਾਲਾ ਤੋਂ ਹੋਊਗੀ ਕਹਿੰਦੇ ਖੁਸ਼ੀ ਖੁਸ਼ੀ ਜਾ ਰਹੇ ਨੇ ਧਰਤੀ ਤੇ ਪੈਰ ਨਹੀਂ ਲੱਗਦੇ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਸ ਘਟਨਾ ਦਾ ਕੋਈ ਅਸਰ ਨਹੀਂ ਸੀ ਨਾ ਨਿੰਦਿਆ ਦਾ ਅਸਰ ਨਾ ਵਡਿਆਈ ਦਾ ਬਾਣੀ ਕਹਿੰਦੀ ਆ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਨਾ ਮਾਣ ਹੈ ਨਾ ਹੰਕਾਰ ਹੈ ਨਾ ਨਿੰਦਿਆ ਦਾ ਖੌਫ ਤੇ ਨਾ ਆਪਣੀ ਸਿਫਤ ਆਪਣੀ ਪ੍ਰੋੜਤਾ ਦਾ ਚਾਹ ਫਰਕ ਨਹੀਂ ਸੀ ਕੋਈ ਸਹਿਜ ਸੁਭਾਅ ਮੋਦੀ ਖਾਨੇ ਤੇ ਬਹਿ ਕੇ ਉਦਾਂ ਹੀ ਕਾਰਜ ਕਰਨ ਲੱਗੇ ਇੰਨੇ ਨੂੰ ਸਤਿਗੁਰਾਂ ਦੇ ਜੀਜਾ ਜੀ ਆ ਗਏ ਮਰਜ ਉਹਨਾਂ ਨੂੰ ਵੇਖ ਉੱਠ ਖੜੇ ਹੋਏ ਦੋਨੇ ਹੱਥ ਜੋੜ ਨਮਸਕਾਰ ਕੀਤੀ ਹੈ 3000 ਲੀਨ ਕਰ ਨਿਆਰੋ
ਸੋ ਸਾਰੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਬੈਠੇ ਨੇ, ਸੁਖ ਸਾਂਦ ਹੋਈ। ਸਤਿਗੁਰਾਂ ਨੇ ਕਿਹਾ ਬਾਲਿਆ ਥੈਲਾ ਢੇਰੀ ਝੋਲਾ ਮੁੱਦਾ ਹੁੰਦਾ। ਕਹਿੰਦੇ ਜਦੋਂ ਉਹਨਾਂ ਨੇ ਪੁੰਜਿਆਂ ਤੋਂ ਫੜ ਕੇ ਖਾਲੀ ਕੀਤਾ ਨਾ, ਮਾਇਆ ਮਾਇਆ ਧਰਤੀ ਤੇ ਵਿਛ ਗਈ, ਥੈਲੀਆਂ ਭਰੀਆਂ ਨੇ ਮਾਇਆ ਦੀ। ਉਹਨਾਂ ਸਮਿਆਂ 'ਚ ਨੋਟ ਘੱਟ ਹੁੰਦੇ ਸੀ, ਜ਼ਿਆਦਾਤਰ ਕਰੰਸੀਆਂ ਇਸਲਾਮ ਵੇਲੇ ਸਿੱਕਿਆਂ ਵਿੱਚ ਹੀ ਹੁੰਦੀਆਂ ਸੀ। ਸਿੱਕੇ ਚਾਂਦੀ ਤੇ ਸੋਨੇ ਦੇ ਹੁੰਦੇ ਸੀ, ਇਸੇ ਕਰਕੇ ਮਹਿੰਗੇ ਸੀ। ਜਿਹੜਾ ਸੋਨੇ ਦਾ ਹੁੰਦਾ ਸੀ ਉਹਨੂੰ ਦਿਨਾਰ ਕਹਿੰਦੇ ਸੀ, ਚਾਂਦੀ ਵਾਲਾ ਹੁੰਦਾ ਸੀ ਰਜਤਪਣ ਕਹਿੰਦੇ ਸੀ। ਇਹ ਤੇ 1970 ਤੱਕ, ਉਹ ਤੋਂ ਪਹਿਲਾਂ ਵੀ ਚਾਂਦੀ ਦੇ ਸਿੱਕੇ ਲੋਕਾਂ ਦੇ ਕੋਲ ਆਮ ਹੁੰਦੇ ਸੀ। ਜਿਸ ਵੇਲੇ ਧਰਤੀ ਤੇ ਢੇਰ ਲਾਇਆ, ਸਤਿਗੁਰ ਕਹਿੰਦੇ ਬਾਲਿਆ ਆਪਣੇ ਨੇ 321 ਕੱਢ ਲੈ ਇੱਕ ਪਾਸੇ। ਇਹ ਦਾਨ ਵਾਸਤੇ ਨੇ, ਸੇਵਾ ਵਾਸਤੇ ਨਹੀਂ, ਕਿਉਂਕਿ 321 ਥੋੜੇ ਨਹੀਂ, ਹਜ਼ਾਰਾਂ ਦੇ ਹਿਸਾਬ ਨਾਲ ਨੇ। ਉਦੋਂ ਜਦੋਂ ਕੌਡੀਆਂ ਚੱਲਦੀਆਂ ਸੀ 16 ਦੇ ਥੋੜੀ ਘੱਟ ਹੁੰਦਾ ਸੀ, ਬਹੁਤ ਪੈਸੇ ਦੀ ਕਦਰ ਸੀ। 1 ਰੁਪਈਆ ਜਿਹਦੇ ਕੋਲ ਹੁੰਦਾ ਸੀ ਅਮੀਰ ਮੰਨਿਆ ਜਾਂਦਾ ਸੀ। 3000 ਸਤਿਗੁਰਾਂ ਨੇ ਅਲੱਗ ਤੋਂ ਕਰਾ ਲਿਆ। ਕਹਿੰਦੇ ਜੀਜਾ ਜੀ ਤੁਸੀਂ ਸੰਭਾਲ ਲਓ। ਉਹ ਕਹਿੰਦੇ ਕੀ ਹੈ? ਕਹਿੰਦੇ ਇਹ ਨਵਾਬ ਸਾਹਿਬ ਦੀ ਦਿੱਤੀ ਹੋਈ ਕਿਰਪਾ ਹੈ, ਇਹ ਉਹਨਾਂ ਨੇ ਸਾਨੂੰ ਮੋਦੀਖਾਨਾ ਵਧਾਉਣ ਵਾਸਤੇ ਦਿੱਤਾ ਹੋਇਆ। ਇਹ ਸੰਭਾਲਣਾ ਨਹੀਂ ਕਰੇ ਵੀ ਸੰਭਾਲ ਕੇ ਰੱਖੋ ਆਪਾਂ ਦੇਣੇ ਨਹੀਂ, ਭਾਈ ਇਹਦਾ ਸਮਾਨ ਲੈ ਕੇ ਆਉਣਾ। ਜਿੱਦਣ ਕਮੀ ਆਏਗੀ ਉਧਰ ਲਿਆ ਕੇ ਸਮਾਨ ਪਾਲਾਂਗੇ, ਕਿਉਂਕਿ ਇਹ ਆਮਦ ਹੈ, ਰਾਜੇ ਵੱਲੋਂ ਦਿੱਤਾ ਹੋਇਆ ਹੈ ਵੀ ਤੁਸੀਂ ਆਪਣਾ ਕੰਮ ਵਧਾਓ, ਅੱਗੇ ਲੈ ਕੇ ਜਾਓ। ਜੈਰਾਮ ਜੀ ਲੈ ਕੇ ਬੜੇ ਖੁਸ਼ ਹੋਏ ਮਾਇਆ, ਕਿਉਂਕਿ ਉਹਨਾਂ ਨੂੰ ਕੋਈ ਮਤਲਬ ਨਹੀਂ ਮਾਇਆ ਦੇ ਨਾਲ, ਸਿਰਫ ਇੰਨਾ ਹੀ ਹੈ ਵੀ ਜਦੋਂ ਸਤਿਗੁਰਾਂ ਦੇ ਪਿਤਾ ਆਉਣਗੇ ਦੱਸਦੇ ਦੇਣਗੇ ਵੀ 3000 ਤੁਹਾਡੇ ਪੁੱਤਰ ਲੈ ਲੈਂਦਾ, ਭਾਵੇਂ ਉਹ ਰਾਜੇ ਦਾ ਹੀ ਹੈ। ਮਾਇਆ ਤੇ ਮਾਇਆ ਹੀ ਹੈ, ਖੁਸ਼ੀ ਤੇ ਆਉਂਦੀ ਹੈ ਨਾ ਘਰੇ। ਜੈਰਾਮ ਜੀ ਨੇ ਮਾਇਆ ਲੈ ਕੇ ਰੱਖ ਲਈ। ਮਰਦ ਕਹਿੰਦੇ ਨੂੰ ਘਰੇ ਰੱਖਿਓ, ਜਿਸ ਦਿਨ ਜ਼ਰੂਰਤ ਹੋਏਗੀ ਅਸੀਂ ਆਪ ਮੰਗਾਂਗੇ। ਰਹਾ ਸ਼ੇਖ ਹਿਤ ਆਪਨ ਕਾਜਾ, ਸੌਦਾ ਲੀਨ ਗਰੀਬ ਨਿਵਾਜਾ। 321 ਰੁਪਏ ਜੋ ਸਤਿਗੁਰਾਂ ਦੇ ਪਾਸ ਬਚੇ, ਕੁਝ ਮਰਦ ਸੱਚੇ ਪਾਤਸ਼ਾਹ ਨੇ ਗਰੀਬਾਂ 'ਚ ਵੰਡੇ, ਥੋੜੇ ਥੋੜੇ ਕਰਕੇ ਜਿੰਨੀਆਂ ਕੁ ਲੋਕਾਂ ਦੀਆਂ ਲੋੜਾਂ ਸੀ ਵੰਡ ਦਿੱਤੇ, ਤੇ ਕੁਝ ਰਹਿ ਗਏ। ਸਤਿਗੁਰ ਕਹਿੰਦੇ ਬਾਲਿਆ ਮੰਡੀ 'ਚੋਂ ਸਮਾਨ ਲੈ ਆਓ, ਰਸਤਾ ਲੈ ਆਓ, ਰਾਸ਼ਨ ਲੈ ਆਓ, ਬਸਤਰ ਲੈ ਆਓ। ਜਿੰਨਾਂ ਚੀਜ਼ਾਂ ਦੀ ਸਾਡੇ ਕੋਲ ਕਮੀ ਆ ਰਹੀ, ਸ਼ਾਰਟੇਜ ਆ ਰਹੀ ਹੈ, ਉਹ ਵਸਤੂਆਂ ਮੰਗਾਈਆਂ ਵੱਡੇ ਪੱਧਰ ਤੇ। ਕਹਿੰਦੀ ਜੀ 321 ਰੁਪਿਆਂ ਦੇ ਵਿੱਚੋਂ ਕੁਝ ਰੁਪਏ ਵੰਡੇਗੇ, ਬਾਕੀਆਂ ਦੇ ਗੱਡੇ ਭਰ ਭਰ ਕੇ ਕਤਾਰਾਂ ਦੇ ਵਿੱਚ ਸੁਲਤਾਨਪੁਰ ਲੋਧੀ ਪਹੁੰਚ ਗਏ ਨੇ। ਕਰਨ ਲਗੇ ਕਾਰਜ ਪੁਨ ਤੈਸੇ, ਮਨ ਉਦਾਰਤਾ ਪੂਰਬ ਜੈਸੇ। ਇਹ ਘਟਨਾ ਵਰਤੀ ਨੂੰ ਸਮਾਂ ਹੋ ਗਿਆ, ਨਿੰਦਕ ਚੁੱਪ ਹੋ ਗਏ, ਚੁਗਲਖੋਰਾਂ ਨੂੰ ਕਿਤੇ ਡੁੱਬਣ ਨੂੰ ਥਾਂ ਨਹੀਂ ਮਿਲਦੀ। ਕਰਨ ਕੀ? ਬੇਵਸ ਨੇ ਵੀ ਅਸੀਂ ਤੇ ਵਾਹ ਲਾਈ ਸੀ, ਪੂਰੀ ਜ਼ੋਰ ਲਾਇਆ ਸੀ ਇਹਨਾਂ ਨੂੰ ਬਦਨਾਮ ਕਰਨ ਵਾਸਤੇ। ਉਹਨੇ ਨਿਖਰ ਕੇ ਬਾਹਰ ਆ ਗਏ, ਉਨੀ ਇੱਜ਼ਤ ਬਣ ਗਈ। ਸੋਚਿਆ ਸੀ ਨਵਾਬ ਦੀਆਂ ਨਜ਼ਰਾਂ ਵਿੱਚ ਇਹਨਾਂ ਨੂੰ ਸੁੱਟ ਦਈਏ, ਇਤੀ ਉਹਨੇ ਮਹਾਨ ਬਣ ਗਏ। ਕਹਿੰਦੇ ਨਿੰਦਕ ਚੁਗਲਖੋਰ ਚੁੱਪ ਹੋ ਗਏ। ਗੁਰੂ ਨਾਨਕ ਸਾਹਿਬ ਦੀ ਉਦਾਰਤਾ, ਉਦਾਰਤਾ ਹੁੰਦਾ ਹੈ ਵੱਡਪੁਣਾ, ਸਖੀਪੁਣਾ। ਪਹਿਲਾਂ ਤੋਂ ਵੱਧ ਗੁਰੂ ਸਾਹਿਬ ਹੁਣ ਦਾਨ ਕਰਦੇ ਆ, ਵੰਡਦੇ ਆ। ਨਾ ਦੀ ਚਿੰਤਾ ਇਹਨਾਂ ਨੂੰ ਪਹਿਲਾਂ ਸੀ ਨਾ ਹੁਣ ਹੈ, ਪਰ ਲੋਕਾਂ ਨੂੰ ਲੱਗਦਾ ਸੀ ਵੀ ਅੱਗੇ ਹਿਸਾਬ ਕਿਤਾਬ ਦੀ ਨਾ ਪਰਵਾਹ ਨਾ ਕੀਤੀ ਤੇ ਕਮੀ ਕੋਈ ਨਹੀਂ। ਹੁਣ ਤੇ ਇਹਨਾਂ ਨੂੰ ਕੋਈ ਵੀ ਨਹੀਂ ਹੋਣੀ ਕਮੀ। ਹੁਣ ਤੇ ਨਵਾਬ ਸਾਹਿਬ ਨੇ 3000 ਇਹਨਾਂ ਨੂੰ ਆਪਣੇ ਵੱਲੋਂ ਦਿੱਤਾ ਏ। ਪਾਵੈ ਭੋਜਨ ਸਭ ਭਿਖਾਰੀ, ਲੈ ਆਹਾਰ ਨਿਰਪ ਸੈਨਾ ਸਾਰੀ। ਜਿੱਥੇ ਆਮ ਭਿਖਾਰੀ ਲੋਕ ਮੰਗਣ ਵਾਲੇ ਆ ਕੇ ਮੋਦੀਖਾਨੇ ਤੋਂ ਸਾਰਾ ਕੁਝ ਪ੍ਰਾਪਤ ਕਰਦੇ ਨੇ, ਉੱਥੇ ਨਵਾਬ ਦੌਲਤ ਖਾਨ ਦੀ ਸੈਨਾ, ਉਹਦੀਆਂ ਫੌਜਾਂ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ, ਉਹ ਵੀ ਕਹਿੰਦੇ ਰੋਜ਼ ਦੂਜੇ ਤੀਜੇ ਦਿਨ ਛੱਡ ਕੇ ਰਸਤਾ ਤੇ ਸਮਾਨ ਲੈ ਕੇ ਜਾਂਦੇ ਆ, ਜਿਵੇਂ ਕੰਟੀਨ ਤੋਂ ਲਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਦੇ ਨਹੀਂ ਸੀ ਕਿਹਾ ਕਿ ਇਹ ਲੋਕ ਮਿਹਨਤਾਂ ਕਰਦੇ ਆ, ਇਹ ਕਮਾਈਆਂ ਕਰਦੇ ਨੇ, ਇਹਨਾਂ ਨੂੰ ਦੇਣਾ ਕੁਝ ਨਹੀਂ। ਸਤਿਗੁਰਾਂ ਦਾ ਇੱਕੋ ਨਜ਼ਰੀਆ ਸੀ, ਜਿਹੜਾ ਮੰਗਣ ਆ ਗਿਆ ਨਾ ਉਹ ਵੱਡਾ ਏ ਨਾ ਉਹ ਛੋਟਾ ਏ, ਭਾਈ ਉਹ ਲੈਣ ਦਾ ਹੱਕਦਾਰ ਆਖੋ ਸਤਿਨਾਮ। ਜਿਹੜਾ ਇਸ ਕਤਾਰ 'ਚ ਖੜ ਗਿਆ ਤੇ ਦਿੱਤਾ ਜਾਂਦਾ ਕੁਝ। ਭਾਈ ਬਾਲਾ ਦੀ ਕੱਫੇ ਭਰ ਭਰ ਕੇ ਤੋਲ ਤੋਲ ਕੇ ਲੋਕਾਂ ਨੂੰ ਸਮਾਨ ਵੰਡਦੇ ਨੇ। ਤਬ ਜੈ ਰਾਮ ਧਾਮ ਨਿਜ ਆਇਆ, ਕਾਲੂ ਤਨੀਆਂ ਵਾਕ ਅਲਾਇਆ। ਮੋਦੀਖਾਨੇ ਤੋਂ ਮਾਇਆ 3000 ਲੈ ਕੇ ਸਤਿਗੁਰਾਂ ਦੇ ਜੀਜਾ ਜੀਜਾ ਜੈ ਰਾਮ ਜੀ ਘਰ ਆਏ। ਮੋਢੇ ਤੇ ਥੈਲਾ ਰੱਖੇ, ਖੁਸ਼ੀ ਹੈ ਜੀ।
ਸੁਭਾਵਿਕ ਗੱਲ ਹੈ। ਪੈਸਾ ਭਾਵੇਂ ਤੁਹਾਡੇ ਮਿੱਤਰ ਦਾ ਹੀ ਹੋਵੇ, ਦੋਸਤ ਦਾ ਹੀ ਹੋਵੇ, ਰਿਸ਼ਤੇਦਾਰ ਦਾ ਹੋਵੇ, ਜਿਸ ਦਿਨ ਜੇਬ ਚ ਹੁੰਦਾ, ਅਟੈਚੀ ਚ ਹੁੰਦਾ ਨਾ, ਸੱਚੀ 40 ਲੱਖ ਹੁੰਦਾ, ਖੁਸ਼ੀ ਉਹ ਵੱਖਰੀ ਹੁੰਦੀ ਹੈ। ਮਾਇਆ ਮਾਇਆ ਹੀ ਹੁੰਦੀ ਹੈ। ਜਦੋਂ ਕਹਿੰਦੇ ਮਾਇਆ ਲੈ ਕੇ ਘਰੇ ਆਏ, ਚਿਹਰੇ ਦੀਆਂ ਖੁਸ਼ੀਆਂ ਦੱਸਦੀਆਂ ਨੇ ਵੀ ਕੁਝ ਖੱਟ ਕੇ ਲਿਆਈ ਨੇ, ਕੁਝ ਪ੍ਰਾਪਤ ਕੀਤਾ ਹੈ। ਉਸ ਵੇਲੇ ਸਤਿਗੁਰਾਂ ਦੇ ਭੈਣ ਨਾਨਕੀ ਜੀ, ਉਹਨਾਂ ਨੇ ਆਪਣੇ ਪਤੀ ਵੱਲ ਵੇਖਿਆ, ਜਿਹੜੇ ਕਈ ਦਿਨਾਂ ਤੋਂ ਚੱਜ ਨਾਲ ਰੋਟੀ ਨਹੀਂ ਸੀ ਖਾਂਦੇ, ਸਮੇਂ ਨਾਲ ਪਾਣੀ ਨਹੀਂ ਸੀ ਪੀਂਦੇ, ਪਰੇਸ਼ਾਨ ਰਹਿੰਦੇ ਸੀ। ਅੱਜ ਹੱਸੇ ਆਉਂਦੇ ਨੇ, ਖਿੜੇ ਆਉਂਦੇ ਨੇ, ਨੌਕਰਾਂ ਨਾਲ ਵੀ ਖੁਸ਼ੀ ਖੁਸ਼ੀ ਬੋਲਦੇ ਹਨ। किस विद भयो भ्रात को लिखा, किसकी किस दिश निकसी शेखा। लिया के माया उन्होंने तिजोरी विच रख दिती, 3000 बैठे ने पलंगे ते। भैण नानकी पुछदे सतगुरां ने, पति जी की बनया, किहनूं घाटा पिया ते किहनूं पिया वाधा, क्योंकि इन्हां कोल खबर नहीं ना है। इत्थे कचहरी च जो कुछ होया, सतगुर भी सीधा चले गए मोदी खाने, सतगुरां दे जीजा जी भी चले गए, घरे खबर नहीं सी आई। भैण नानकी गुरु नानक साहब जी दे हथ जोड़ के पुछदे हन, रही कार के तजी बहोरी, दिवस 5 लो गिनती टोरी। क्योंकि 5 दिनों तो हिसाब किताब चलदा है। ये दसो मेरे वीर ने मोदी खाना छड़ दिता ਜਾਂ ਅੱਗੇ ਕੰਮ ਕਰਨਗੇ? ਸਮਾਜ ਨੇ ਰੌਲਾ ਹੀ ਇੰਨਾ ਪਾਇਆ ਹੋਇਆ ਸੀ ਵੀ ਮੋਦੀ ਖਾਨਾ ਸੁਪਨੇ ਚ ਵੀ ਨਹੀਂ ਕਰਨਗੇ, ਜਿਉਂਦੇ ਜੀ ਤੇ ਕਿੱਥੋਂ ਕਰ ਲੈਣਗੇ। ਪਹਿਲਾਂ ਹੀ ਇਹਨਾਂ ਦੇ ਘਾਟੇ ਵਾਧੇ ਪੂਰੇ ਨਹੀਂ ਹੋਣੇ। ਉਸੇ ਫਿਕਰ ਕਰਕੇ, ਦੁਨਿਆਵੀ ਗੱਲਾਂ ਸੁਣਨ ਕਰਕੇ ਭੈਣ ਨਾਨਕੀ ਪੁੱਛਦੇ, ਅੰਦਰੋਂ ਭਾਵੇਂ ਭਰੋਸਾ ਬਹੁਤ ਹੈ ਪਰ ਦੁਨਿਆਵੀ ਤੌਰ ਤੇ ਪੁੱਛਣਾ ਫਰਜ਼ ਹੈ। ਕਹਿੰਦੇ ਅੱਜ ਤੋਂ ਬਾਅਦ ਮੋਦੀ ਖਾਨੇ ਨੂੰ ਫਿਰ ਤਾਲਾ ਹੈ, ਬੰਦ ਰਹੇਗਾ, ਜਾਂ ਫਿਰ ਨਵਾਬ ਨੇ ਬਹਾਲ ਕਰਤਾ ਤਰਸਦੇ ਦਾ। ਜੇ ਦੁਨੀਆ ਕਹਿੰਦੀ ਹੈ ਵੀ ਲਟਾਉਂਦੇ ਆ, ਸਭ ਕੁਝ ਖਾਲੀ ਹੈ, ਹਿਸਾਬ ਕਿਤਾਬ ਘਾਟਾ ਵੱਧ ਹੈ, ਕਿਰਪਾ ਕਰਕੇ ਸਾਨੂੰ ਜ਼ਰੂਰ ਦੱਸੋ। बोलियो तब जय राम अदंभा, नित देखत मुझ होत अचंभा। ਜੈ ਰਾਮ ਜੀ ਆਪਣੀ ਪਤਨੀ ਦੇ ਸਨਮੁਖ ਸ਼ਰਮਿੰਦੇ ਹੋ ਗਏ, ਹੋਣਾ ਹੀ ਸੀ। ਕੋਈ ਸਮਾਂ ਸੀ, ਘਬਰਾਏ ਫਿਰਦੇ ਸੀ। ਸਤਿਗੁਰਾਂ ਦੇ ਭੈਣ ਜੀ ਕਹਿੰਦੇ ਸੀ, ਪਤੀ ਜੀ ਚਿੰਤਾ ਨਾ ਕਰੋ, ਮੇਰੇ ਵੀਰ ਨੂੰ ਕੋਈ ਡੁਬਾ ਨਹੀਂ ਸਕਦਾ, ਕੋਈ ਘਾਟਾ ਨਹੀਂ ਪਾ ਸਕਦਾ। ਇਹ ਸਭ ਉਹਨਾਂ ਦੀ ਮਾਇਆ, ਸਭ ਖੇਡਾਂ ਵੀ ਨਿੰਦਕਾਂ ਦੇ ਪਿੱਛੇ ਨਾ ਲੱਗੋ। ਸ਼ਰਮਿੰਦੇ ਜੋ ਕੇ ਤਰੀਕੇ ਦੇ ਨਾਲ ਗੱਲ ਕਰਦੇ ਆ, ਕਹਿੰਦੇ ਮੈਂ ਐਵੇਂ ਦੁਨੀਆ ਮਗਰ ਲੱਗ ਗਿਆ ਸੀ, ਮੇਰੇ ਤੇ ਲੋਕਾਂ ਦਾ ਪ੍ਰਭਾਵ ਪੈ ਗਿਆ ਸੀ, ਮੈਂ ਬੜੀ ਚਿੰਤਾ ਕਰਦਾ ਸੀ। ਪਰ ਅੱਜ ਮੈਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਹੁੰਦਿਆਂ ਤੇ ਚਿੰਤਾ ਸੁਪਨੇ 'ਚ ਵੀ ਨਹੀਂ ਕਰਨੀ ਚਾਹੀਦੀ। ਆਖੋ ਸਤਿਨਾਮ, ਸੁਪਨੇ ਵਿੱਚ ਵੀ ਨਹੀਂ ਹੋਣੀ ਚਾਹੀਦੀ। ਮੈਂ ਐਵੇਂ ਭੁੱਲ ਭੁਲੇਖੇ ਉਹਨਾਂ ਦੀ ਮਹਿਮਾ ਵਿਸਾਰ ਗਿਆ ਸੀ। सदा फकीरन की दर पीरा, सबको देवें गुनी गहीरा। ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਪਾਤਸ਼ਾਹ ਸਦਾ ਫਕੀਰਾਂ ਨੂੰ ਦਾਨ ਦਿੰਦੇ ਨੇ। ਕਦੇ ਕਦੇ ਮੈਨੂੰ ਵੀ ਡਰ ਲੱਗਦਾ ਸੀ ਵੀ ਫਕੀਰ ਕਿਹੜਾ ਪੈਸੇ ਦਿੰਦੇ ਆ, ਉਹਦੇ ਮੁਕਤ ਖੋਰ ਨੇ, ਲੈ ਜਾਂਦੇ ਆ, ਅਸੀਸਾਂ ਦੇ ਜਾਂਦੇ ਆ। ਹੁਣ ਅਸੀਸਾਂ ਥੋੜਾ ਬਾਜ਼ਾਰ 'ਚ ਚੱਲਦੀਆਂ ਨੇ। ਕੋਈ ਬੰਦਾ ਤੁਹਾਡੇ ਤੋਂ ਚੀਜ਼ ਲੈ ਕੇ ਜਾਏ, ਆਖੇ ਰੱਬ ਤੇਰਾ ਭਲਾ ਕਰੇ, ਅਗਲਾ ਕਹਿੰਦਾ ਯਾਰ ਪੈਸੇ ਦੇ ਕੇ ਜਾ, ਮੈਂ ਖਰੀਦੀਏ ਕਿ ਹਿਸਾਬ ਦੇਣਾ ਹੈ, ਭਲਾ ਭੁਲਾ ਤੇ ਹੁੰਦਾ ਹੀ ਰਹਿੰਦਾ, ਪੈਸੇ ਦੇ ਦੇ। ਕਹਿੰਦੇ ਮੈਨੂੰ ਚਿੰਤਾ ਸੀ ਵੀ ਫਕੀਰ ਲੋਕਾਂ ਕੋਲ ਮਾਇਆ ਨਹੀਂ ਹੁੰਦੀ, ਭਿਖਾਰੀਆਂ ਕੋਲ ਪੈਸਾ ਨਹੀਂ ਹੁੰਦਾ, ਉਹ ਆਉਂਦੇ ਨੇ ਅਸੀਸਾਂ ਦੇ ਜਾਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਅਸੀਸਾਂ ਦੇ ਬਦਲੇ ਤੋਲ ਤੋਲ ਸਮਾਨ ਲਈ ਜਾਂਦੇ। ਇਹ ਸੀ ਮੋਦੀ ਖਾਨਾ, ਜਿੱਥੇ ਸਭ ਕੁਝ ਬਿਨਾਂ ਮੰਗਿਆ ਮੁਫਤ ਦਿੱਤਾ ਜਾਂਦਾ ਸੀ, ਤੇ ਉਸ ਅਨਾਜ ਰਸਤਾਂ ਦੇ ਵੰਡੇ ਲੋਕੀ ਅਸੀਸਾਂ ਦੇ ਕੇ ਜਾਂਦੇ ਸੀ। ਮੰਗਦੇ ਨਹੀਂ ਸੀ ਸਤਿਗੁਰ, ਮੁਥਾਰ ਨਹੀਂ ਸੀ ਕਿਸੇ ਦੇ। ਇਹੀ ਤੇ ਅਚਰਜਤਾ ਸੀ ਸਮੇਂ ਦੇ ਲੋਕਾਂ ਨੂੰ। ਕਹਿੰਦੇ ਪਹਿਲੀ ਦੁਕਾਨ ਵੇਖੀ ਜਿਹੜੀ ਅਸੀਸਾਂ ਦੇ ਬਦਲੇ ਜਾਂਦੀ ਹੈ। ਇਹ ਦੁਨੀਆ ਦੀ ਦੁਕਾਨ ਉਹਨੂੰ ਕਹਿੰਦੇ ਆ ਪੈਸੇ ਬਦਲੇ ਸਮਾਨ ਹੈ ਤੇ ਸਮਾਨ ਬਦਲੇ ਪੈਸੇ। ਪਰ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਕਹਿੰਦੇ ਹਰ ਤਰ੍ਹਾਂ ਦਾ ਵਿਅਕਤੀ ਜਾਂਦਾ ਸੀ। ਤੇ ਜੈ ਰਾਮ ਕਹਿੰਦੇ ਮੈਥੋਂ ਬਹੁਤ ਵੱਡੀ ਗਲਤੀ ਹੋਈ ਹੈ, ਅੱਜ ਖੁਦ ਆਪ ਮੰਨਦੇ ਨੇ। लेखे कार करन विखे बरियाई, काढ़े अपनी शेख बधाई। ਤੇ ਫਿਰ ਉਹ ਗੁਣ ਦੱਸਦੇ ਗੁਰੂ ਸਾਹਿਬ ਦਾ। ਕਹਿੰਦੇ ਨਵਾਬ ਨੇ ਬੜਾ ਕੁਝ ਬੋਲਿਆ ਤੇਰੇ ਵੀਰ ਨੂੰ, ਇੱਥੋਂ ਤੱਕ ਵੀ ਕਿਹਾ ਇਹ ਵਿਆਹਿਆ ਨਹੀਂ, ਜਿੱਦਣ ਵਿਆਹ ਹੋਊਗਾ ਕੱਲਾ ਜੂ, ਜਿੱਦਣ ਔਰਤ ਘਰੇ ਆ ਗਈ ਉਦੋਂ ਵੇਖਾਂਗੇ ਇਹ ਕਿੰਨਾ ਕੁ ਸੰਜਮ ਰੱਖਦਾ ਹੈ, ਕਿੰਨੀ ਕੁ ਮਾਇਆ ਦਾਨ ਕਰਦਾ ਹੈ। ਪਰ ਗੁਰੂ ਸਾਹਿਬ ਨੇ ਕੁਛ ਵੀ ਨਹੀਂ ਸੀ ਕਿਹਾ।
केवल दो ही गल्लां आखियां सी, कहंदे ब्रह्म ज्ञानी दी नज़र विच सब कुछ मैला ही है, वो मैल नहीं इकट्ठी करते। फिर नवाब दे कोल बैठे जिहड़े उन्हां दे नवी सिंध सन, मुनशी सन, कहंदे सी आ जा नानक बैठ, फिर तेनू उठण नहीं देंगे। कहंदी उदों भी तेरे वीर ने कुछ नहीं बोलिया। 5 दिन लाए उन्हां लेखाकारां ने कोशिशां कीतियां, चलाकियां खेडियां, किवें ना किवें घाटा पाया जाए। इन्ना कुछ करन दे बाद भी आप रब वरते आए। लेखक हारे अधिक पर बिना, लज्जत पे मन अचरज चीना। लेखक लेखा करने वाले हार गए, शर्मिंदे हो गए, तेरा वीर जित गया, पर उन्हां हारियां दे मूंह उड्डे होए सी ते जित्तियां होइयां नूं खुशी कोई नहीं सी। गुरु साहब ने किसी नूं माड़ा नहीं किया, जे कोई लेखे जोखे च हारिया भी ना, भाਵੇਂ ਵੱਧ ਘੱਟ भी बोलदी सी, सतगुरा थोड़ा माड़ा कहता। ਉਹ ਕਿਤੇ ਆਪਾਂ ਹੁੰਦੇ ਨਾ ਇਹਦਾ ਘਾਟੇ ਪਾਦੇ ਚ ਆਪਾਂ ਤੇ 100 ਤਾਨੇ ਮਾਰਨੇ ਚ ਵੇਖਿਆ, ਮੈਨੂੰ ਨਿੱਤ ਮਾੜਾ ਕਹਿੰਦਾ ਸੀ, ਲੱਗਿਆ ਪਤਾ ਮੈਂ ਕੀ ਚੀਜ਼ ਆ, ਆ ਗਈ ਅਕਲ ਹੁਣ, ਆਈ ਸਮਝ, ਹੋਇਆ ਭਰੋਸਾ, 100 ਗੱਲਾਂ ਕਰਦੇ। ਪਰ ਗੁਰੂ ਸਾਹਿਬ ਨੇ ਕਿਸੇ ਨੂੰ ਨੀਚਾ ਨਹੀਂ ਵਿਖਾਇਆ, ਕਿਸੇ ਨੂੰ ਬੁਰਾ ਨਹੀਂ ਕਿਹਾ, ਸਗੋਂ ਉਹਨਾਂ ਦਾ ਵੀ ਧੰਨਵਾਦ ਕੀਤਾ। ਭਾਈ ਬਾਲਾ ਜੀ ਨੂੰ ਕਹਿੰਦੇ ਸੀ ਇਹ ਪਰਚਾ ਇਹਨਾਂ ਲੋਕਾਂ ਨੇ ਨਹੀਂ ਸਾਡੇ ਤੇ ਪਾਇਆ, ਕਹਿੰਦੇ ਇਹ ਉਸ ਕਰਤਾਰ ਨੇ ਪਾਇਆ, ਰੱਬ ਨੇ ਪਾਇਆ। ਕਿਤੇ ਦੀਨ ਦੁਨੀਆ ਵਿੱਚ ਰਹਿ ਕੇ ਅਸੀਂ ਬੰਦਗੀ ਤਾਂ ਨਹੀਂ ਵਿਸਾਰੀ ਬੈਠੇ, ਆਖੋ ਸਤਿਨਾਮ। ਕਿਤੇ ਮਾਇਆ ਦੀ ਪਰਵਾਹ ਨਹੀਂ ਕਰਦੇ, ਪਰਮਾਤਮਾ ਸਾਨੂੰ ਪਰਖ ਲੈ। ਚਿੰਤਾ ਕੀ ਹੈ? ਇੱਕ ਚਿੰਤਾ ਰੱਬ ਨੇ ਗਵਾਈ ਹੁੰਦੀ ਹੈ ਤੇ ਇੱਕ ਅਸੀਂ ਖਾਮ ਖਾਮ ਬੈਠੀ ਕੀਤੀ ਹੁੰਦੀ ਹੈ। ਤੇ ਰੱਬ ਨੇ ਜਿਹੜੀ ਚਿੰਤਾ ਮਨੁੱਖ ਨੂੰ ਦਿੱਤੀ ਉਹ ਇਸੇ ਵਾਸਤੇ ਦਿੱਤੀ ਹੈ ਵੀ ਇਸ ਚਿੰਤਾ ਨੂੰ ਚਿੰਤਨ ਵਿੱਚ ਕਨਵਰਟ ਕਰ। ਚਿੰਤਾ ਨਾ ਕਰ, ਰੱਬ ਦਾ ਚਿੰਤਨ ਕਰ, ਉਹਦੀ ਬੰਦਗੀ ਕਰ। ਪਰ ਅਸੀਂ ਬੰਦਗੀ ਛੱਡ ਕੇ ਤੁਰੇ ਫਿਰਦੇ ਆ ਧਾਗੇ ਤਵੀ ਥਾਣਿਆਂ ਕੋਲੇ ਵੀ ਬਾਬਾ ਫੂਕ ਮਾਰਦੇ ਠੀਕ ਕਰਦੇ ਕੰਮ। ਜੇ ਫੂਕਾਂ ਨਾਲ ਕੰਮ ਠੀਕ ਹੁੰਦੇ ਤੇ ਬਾਬੇ ਵਿਚਾਰੇ ਬੋਰੀਆਂ ਵਿਛਾ ਕੇ ਬਹਿ ਕੇ ਲੋਕਾਂ ਨੂੰ ਪੁੱਛਿਆ ਥੋੜਾ ਦਿੰਦੇ, ਆਪ ਨਾ ਆਈਲੈਟਸ ਦੇ ਦਫ਼ਤਰ ਖੋਲ ਲੈਂਦੇ, ਆਪ ਨਾ ਏਜੰਟ ਬਣ ਜਾਂਦੇ। ਜਿਹੜੇ ਕਹਿੰਦੇ ਆ ਵਿਦੇਸ਼ ਭੇਜ ਦਿਆਂਗੇ, ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਕਿਸੇ ਕੋਲ ਕੁਛ ਨਹੀਂ। ਉਹ ਜਿਹਨੂੰ ਰੱਬ ਨੇ ਕੁਝ ਨਹੀਂ ਨਾ ਦਿੱਤਾ ਉਹਨੂੰ ਬੰਦਾ ਨਹੀਂ ਦੇ ਸਕਦਾ, ਆਖੋ ਸਤਿਨਾਮ। ਜਿਹਦੀ ਕਿਸਮਤ ਵਿੱਚ ਪਰਮਾਤਮਾ ਨੇ ਨਹੀਂ ਲਿਖਿਆ, ਜਿਹਦੀ ਪੂਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਨਹੀਂ ਪਈ, ਦੱਸੋ ਬੰਦਿਆਂ ਨੂੰ ਬੈਠ ਬੰਦਾ ਕੀ ਦੇ ਸਕਦਾ? ਜਿਹੜਾ ਤੁਹਾਨੂੰ ਦੇਣ ਦਾ ਡਰਾਮਾ ਕਰਦਾ ਉਹ ਤੇ ਆਪ ਹੱਥ ਅੱਡੀ ਬੈਠਾ ਵੀ ਦੇ ਜਾ 500 ਦੇ ਜਾ 1000, ਉਹਦੀ ਆਪ ਲਾਂਚੀ ਹੈ, ਉਹਦੀ ਤੇ ਨੀਅਤ ਇੱਥੇ ਖੜੀ ਹੈ। ਪਰ ਉਹਨਾਂ ਸਮਿਆਂ ਵਿੱਚ ਦੱਸਿਆ, ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਐਡਾ ਅਟਲ ਭਰੋਸਾ ਸੀ ਰੱਬ ਤੇ, ਐਡਾ ਵਿਸ਼ਵਾਸ, ਜਿਹੜੇ ਡੋਲੇ ਘਬਰਾਏ ਨਹੀਂ। ਤੇ ਫਿਰ ਉਹ ਸਿਫਤ ਕਰਦੇ ਆ, ਕਹਿੰਦੇ ਮੈਂ ਕੁਰਬਾਨ ਜਾਵਾਂ ਭਾਈ ਪਾਲੇ। ਜਦੋਂ ਲੇਖਾ ਜੋਖਾ ਹੋਇਆ ਉਹਨੇ ਵੀ ਨਹੀਂ ਕਿਹਾ, ਮਿੱਤਰ ਨੇ ਵੀ ਹੁਣ ਵਿਪਤਾ ਪੈ ਗਈ, ਮੈਂ ਘਰ ਨੂੰ ਜਾਵਾਂ। ਦੁਨੀਆ ਭੀੜ ਪਈ ਦੁੱਖ ਪਏ ਤੋਂ ਪਿੱਛੇ ਹੁੰਦੀ ਹੈ, ਇਹ ਸਮਝ ਲੈਣਾ ਚਾਹੀਦਾ। ਜਦ ਵਿਆਹ ਦਾ ਸਮਾਂ ਹੁੰਦਾ ਨਾ, ਲਾੜਾ ਅੱਗੇ ਅੱਗੇ ਹੁੰਦਾ ਹੈ, ਸੁੱਖਾਂ ਦੇ ਵਿੱਚ ਸਾਰੀ ਦੁਨੀਆ ਪਿੱਛੇ ਪਿੱਛੇ ਨੱਚਦੀ ਆਉਂਦੀ ਹੈ ਜੀ, ਨਾਲ ਤੁਰੀ ਆਉਂਦੀ ਹੈ। ਅੱਗੇ ਹੁੰਦੇ ਲੋਕ, ਕੋਈ ਪਿੱਛੇ ਹੁੰਦਾ ਹੈ। ਤੇ ਜਿੱਦਣ ਨਿਕਲਦਾ ਜਨਾਜ਼ਾ, ਉਦੋਂ ਬੰਦਾ ਇਕੱਲਾ ਹੀ ਅੱਗੇ ਹੁੰਦਾ ਤੇ ਬਾਕੀ ਜਮਾਨਾ ਪਿੱਛੇ ਹੁੰਦਾ ਹੁੰਦਾ, ਸਾਥ ਛੱਡ ਕੇ ਪਿੱਛੇ ਪਿੱਛੇ ਹੁੰਦੇ ਆ, ਇਕੱਲੇ ਲੋਕ ਪਿੱਛੇ ਕੀ ਫਿਰਦੇ ਆ। ਇੱਥੋਂ ਸਮਝ ਆ ਜਾਂਦੀ ਹੈ ਵੀ ਦੁੱਖ ਦੇ ਵਿੱਚ ਦੁਨੀਆ ਸਦਾ ਹੀ ਪਿੱਛੇ ਹੈ, ਸੁੱਖਾਂ ਵਿੱਚ ਲੋਕ ਸਦਾ ਤੁਹਾਡੇ ਨਾਲ ਨੇ। ਰੱਬ ਯਾਦ ਹੀ ਬੰਦੇ ਨੂੰ ਉਦੋਂ ਆਉਂਦਾ ਹੈ ਜਦ ਭੀੜ ਤੇ ਗਰੀਬੀ ਪੈਂਦੀ, ਆਖੋ ਸਤਿਨਾਮ। ਉਹ ਤੋਂ ਪਹਿਲਾਂ ਗੱਲ ਹੀ ਹੁੰਦੀ, ਹੰਕਾਰ ਹੀ ਰਹਿੰਦਾ ਪੱਲੇ। ਬੰਦਾ ਧਰਮ ਦੀ ਦੁਨੀਆ ਤੇ ਜਾ ਵੀ ਆਉਂਦਾ, ਰੱਬ ਨੂੰ ਮੱਥਾ ਟੇਕ ਵੀ ਆਉਂਦਾ, ਲੋਕਾਂ ਚ ਰੁਕ ਹੈ, ਜਮਾਨਾ ਜਾਂਦਾ ਸੀ ਆਇਆ ਹੈ। ਪਰ ਜਿੱਦਣ ਭੀੜ ਪੈਂਦੀ ਹੈ, ਦੁੱਖ ਪੈਂਦਾ ਹੈ, ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ। ਬਾਣੀ ਨੇ ਸਪਸ਼ਟ ਆਖਿਆ, ਕਹਿੰਦੇ ਰੱਬ ਲਈ ਆਵਾਜ਼ ਦਿਲੋਂ ਉਦੋਂ ਹੀ ਨਿਕਲਣੀ ਹੈ। ਫਿਰ ਕੋਈ ਚੌਂਕੜਾ ਨਹੀਂ ਲਾਉਣਾ ਪੈਂਦਾ। ਜਦੋਂ ਬੰਦਾ ਦੁਖੀ ਹੋਵੇ ਨਾ, ਆਪਣਾ ਕੋਈ ਹਸਪੀਟਲ ਦਾਖਲ ਹੋਵੇ, ਆਖਰੀ ਸਾਹਾਂ ਤੇ ਹੋਵੇ, ਉਦੋਂ ਸੱਚੀ ਦੱਸਿਓ ਜੀ, ਅਰਦਾਸ ਕਰਨ ਵਿੱਚ ਚਿੱਤ ਲੱਗਦਾ ਕਿ ਨਹੀਂ ਲੱਗਦਾ, ਬਾਣੀ ਵਿੱਚ ਮਨ ਲੱਗਦਾ ਕਿ ਨਹੀਂ ਲੱਗਦਾ। ਫਿਰ ਤੇ ਨਾ ਕਿਤੇ ਜੰਗਲ 'ਚ ਵੀ ਬੈਠਾ ਹੋਵੇ ਨਾ, ਹਸਪੀਟਲ ਦੇ ਬਾਹਰ ਵੀ ਬੈਠਾ ਹੋਵੇ, ਉੱਥੇ ਵੀ ਅੰਦਰ ਗੁਰਦੁਆਰਾ ਕਿਤੇ ਹੁੰਦਾ, ਸੁਰਤ ਉੱਥੇ ਜੁੜੀ ਹੁੰਦੀ ਹੈ। ਤੇ ਜਦ ਸੁਖੀ ਹੋਵੇ, ਰੱਬ ਦੇ ਘਰ ਬੈਠਾ ਵੀ ਆਲੇ ਦੁਆਲੇ ਵੇਖੀ ਜਾਂਦਾ, ਇਹਨੂੰ ਜੋ ਮਰਜ਼ੀ ਸੁਣਾਓ ਉਹਨੂੰ ਸਮਝ ਨਹੀਂ ਆਉਂਦਾ। ਪਾਠ ਕਰਦਿਆਂ ਵੀ ਖਿਆਲ ਆਸੇ ਪਾਸੇ ਦੀ ਆਈ ਜਾਂਦੇ, ਚਿੱਤ ਨਹੀਂ ਲੱਗਦਾ। ਦੁੱਖ ਰੱਬ ਦੀ ਇੱਕ ਦਾਤ ਹੈ, ਜਿਹਨੂੰ ਅਸੀਂ ਦੁਨੀਆ ਨੇ ਨੈਗੇਟਿਵ ਵੇ ਨਾਲ ਪੇਸ਼ ਕੀਤਾ ਜੀ, ਦੁੱਖ ਬਹੁਤ ਮਾੜਾ। ਕੌਣ ਕਹਿੰਦਾ? ਬਾਣੀ ਪੜ੍ਹੋ, ਰੋਜ਼ ਪੜ੍ਹਦੇ ਹੋ, ਸਮਝਿਆ ਨਹੀਂ ਕਦੇ? ਸਤਿਗੁਰ ਕਹਿੰਦੇ ਦੁੱਖ ਦਾਰੂ, ਦਾਰੂ ਕਿਹਨੂੰ ਕਹਿੰਦੇ ਆ? ਦਵਾਈ। ਕਹਿੰਦੇ ਦੁੱਖ ਤੇ ਤੇਰੀ ਦਵਾਈ ਹੈ, ਸੁੱਖ ਰੋਗ ਪਿਆ।
ਆ ਜਿੰਨੇ ਰੱਬ ਨੇ ਤੈਨੂੰ ਸੁੱਖ ਦਿੱਤੇ ਆ ਨਾ, ਆਪਾਂ ਕਹਿੰਦੇ ਮੇਰੇ ਕੋਲ ਫਲਾਣੇ ਸੁੱਖ ਨੇ, ਬਾਣੀ ਨੇ ਇਹਨਾਂ ਨੂੰ ਸੁੱਖ ਥੋੜੀ ਮੰਨਿਆ। ਸਤਿਗੁਰ ਕਹਿੰਦੇ ਦਲਿੱਦਰ ਹੈ, ਰੱਬ ਤੋਂ ਟੁੱਟਣ ਦੀਆਂ ਗੱਲਾਂ ਨੇ। ਜਦ ਤੂੰ ਤੁਰ ਕੇ ਜਾਂਦਾ ਸੀ ਗੁਰਦੁਆਰੇ ਜਾਂਦਾ, ਕਹਿੰਦਾ ਸੀ ਚੱਲ ਮੱਥਾ ਟੇਕ ਆਵਾਂ 2 ਘੜੀ, ਕਿੰਨਾ ਟਾਈਮ ਲੱਗਦਾ। ਜਿੱਦਣ ਤੇਰੇ ਕੋਲ ਵਧੀਆ ਗੱਡੀ ਆ ਗਈ, ਜਾਂਦਾ ਬ੍ਰੇਕ ਵੀ ਨਹੀਂ ਲਾਉਂਦਾ, ਕਹਿੰਦਾ ਲੈ ਟਾਈਮ ਕਿੱਥੇ ਹੈ। ਫੇਰ ਸਹੀ ਗੱਲ ਆ ਗਿਆ, ਸੁੱਖ ਆ ਗਿਆ ਤੇਰੇ ਕੋਲੇ, ਰੱਬ ਭੁੱਲ ਗਿਆ। ਜਦ ਤੇਰੇ ਕੋਲ ਦੁੱਖ ਸੀ, ਜਦ ਤੇਰੇ ਕੋਲ ਭੀੜ ਸੀ, 1 ਘੰਟਾ ਚੌਂਕੜਾ ਲਾ ਕੇ ਵੀ ਕਹਿੰਦਾ ਸੀ ਮੈਂ ਕੀ ਕੀਤਾ ਰੱਬਾ, ਇਹ ਤੇ ਮੈਂ ਆਪਣੀ ਲੋੜ ਲਈ ਤੈਨੂੰ ਜਪਦਾ। ਤੇ ਜਦੋਂ ਸੁੱਖ ਆ ਗਏ ਨਾ, ਤੇ ਕਿਸੇ ਦੇ ਘਰ ਅਖੰਡ ਪਾਠ ਸਾਹਿਬ ਵੀ ਹੋਵੇ ਤੇ ਉੱਥੇ ਵੀ ਮਨ ਨਹੀਂ ਲੱਗਦਾ, ਕਿਉਂਕਿ ਸੁੱਖ ਬੜੇ ਆ। ਅਸਲ ਵਿੱਚ ਦੁੱਖ ਪਰਮਾਤਮਾ ਨੂੰ ਮਿਲਾਉਣ ਵਾਲੀ ਇੱਕ ਘੜੀ ਹੈ। ਦੁੱਖਾਂ ਵਿੱਚ ਹੀ ਰੱਬ ਚੇਤੇ ਆਉਂਦਾ, ਸੁੱਖਾਂ 'ਚ ਦੱਸੋ ਕਿਹਨੂੰ ਯਾਦ ਆਇਆ। ਬਾਣੀ ਨੇ ਬੜੀ ਵਾਰ ਸਮਝਾਇਆ, ਬੜੀ ਵਾਰ ਬਾਣ ਮਾਰੇ ਆ। ਉਹ ਅਲੱਗ ਗੱਲ ਆ, ਅਸੀਂ ਪ੍ਰੈਜ਼ੈਂਟ ਹੋਰ ਤਰੀਕੇ ਨਾਲ ਕਰਦੇ ਹਾਂ, ਸਾਡੀ ਪੇਸ਼ਕਾਰੀ ਹੋਰ ਹੈ। ਅਸੀਂ ਤੇ ਦੁਨੀਆ ਨੂੰ ਸੁੱਖਾਂ ਨਾਲ ਜੋੜ ਰਹੇ ਆ। ਬਈ ਆ ਜਿਹੜੇ ਸੁੱਖ ਨੇ ਤੈਨੂੰ ਰੱਬ ਨੇ ਦਿੱਤੇ ਹੋਏ ਆ, ਇਹ ਸਭ ਸੁੱਖ ਵਾਹਿਗੁਰੂ ਦੀ ਕਿਰਪਾ ਏ, ਇੱਥੇ ਜੁੜਿਆ ਨਾ ਪਿਆਰਿਓ। ਜਿਹੜੇ ਲੋਕ ਰੱਬ ਨੂੰ ਨਹੀਂ ਮੰਨਦੇ, ਚਾਈਨਾ ਤੇ ਜਾਪਾਨ ਨਾਸਤਕ ਨੇ, ਇੱਥੇ ਮੰਨਦੇ ਹੋ ਤੁਸੀਂ ਉਹਨਾਂ ਨੂੰ? ਉਹ ਰੱਬ ਨੂੰ ਮੰਨਦੇ ਹੀ ਨਹੀਂ, ਉਹ ਗਾਲਾਂ ਕੱਢਦੇ ਆ, ਕਹਿੰਦੇ ਕੋਈ ਗੋਡ ਨਹੀਂ ਹੁੰਦਾ, ਕੋਈ ਰੱਬ ਨਹੀਂ ਹੁੰਦਾ। ਜੋ ਕੁਝ ਅਸੀਂ ਰੱਬ ਦੇ ਦਰ ਤੋਂ ਮੰਗਦੇ ਫਿਰਦੇ ਆ, ਉਹਨਾਂ ਕੋਲੇ ਇਹ ਚੀਜ਼ਾਂ ਡਬਲ ਨੇ। 4 ਜਵਾਕ, 5 ਪਤਨੀਆਂ ਵੀ ਨੇ, ਧਨ ਦੌਲਤ ਵੀ ਬੜਾ, ਚੰਗੀਆਂ ਗੱਡੀਆਂ, ਚੰਗਾ ਸਭ ਕੁਝ ਉਹਨਾਂ ਕੋਲੇ ਹੈ। ਭਾਈ ਫਿਰ ਇਹ ਕਿਹਦੀ ਕਿਰਪਾ ਹੈ? ਉਹਦੇ ਮੰਨਦੇ ਨਹੀਂ ਹੈਗੇ। ਗੁਰਬਾਣੀ ਨੇ ਬੜੀ ਵਾਰ ਸਮਝਾਇਆ, ਕਹਿੰਦੇ ਆ ਦੁਨੀਆ ਦੇ ਪਦਾਰਥ ਕਿਰਪਾ ਨਹੀਂ, ਤੇਰੇ ਜੀਵਨ ਵਿੱਚ ਸੁੱਖ, ਸਮ੍ਰਿੱਧੀ, ਆਨੰਦ, ਇਕਾਗਰਤਾ, ਇਹ ਕਿਰਪਾ ਹੈ। ਪਰ ਅਸੀਂ ਤੇ ਧਨ ਦੌਲਤ, ਇਸ ਤਰ੍ਹਾਂ ਪਦਾਰਥ, ਇਹਨਾਂ ਨੂੰ ਇੱਕ ਕਿਰਪਾ ਸਮਝ ਕੇ ਰੱਬ ਕਰੀ ਜਾਂਦੇ ਆ। ਠੀਕ ਹੈ, ਇਹ ਉਹਦੀ ਇੱਕ ਬਖਸ਼ਿਸ਼ ਹੈ, ਪਰ ਇਹ ਨਾ ਸਮਝੋ ਹੁਣ ਇਸ ਬਖਸ਼ਿਸ਼ ਵਿੱਚ ਰਹਿਣ ਵਾਲੇ ਬੜੇ ਲੋਕ ਪਾਪ ਕਰਦੇ ਆ। ਜਿੱਦਣ ਬੰਦੇ ਕੋਲ ਪਦਾਰਥ ਆ ਜਾਂਦੇ ਨੇ, 4 ਚੀਜ਼ਾਂ ਆ ਜਾਂਦੀਆਂ, ਉਹ ਰੱਬ ਨੂੰ ਰੱਬ ਹੀ ਨਹੀਂ ਸਮਝਦਾ, ਉਹ ਪਰਮਾਤਮਾ ਤੋਂ ਡਰਦਾ ਹੀ ਨਹੀਂ, ਉਹ ਕਿਸੇ ਸਿੱਖ ਨੂੰ ਸਿੱਖ ਨਹੀਂ ਸਮਝਦਾ। ਤੇ ਜਦ ਉਹ ਗਰੀਬ ਹੁੰਦਾ, ਹਰ ਇੱਕ ਦੀ ਸੇਵਾ ਕਰਦਾ ਫਿਰਦਾ, ਸ਼ਰਧਾ ਰੱਖਦਾ ਹੈ, ਕਿਉਂਕਿ ਗਰੀਬ ਦਾ ਮਨ ਬੜਾ ਸੌਫਟ ਹੈ, ਬੜਾ ਨਰਮ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਿਚਰਦੇ ਆ, ਭਾਈ ਲਾਲੋ ਦੇ ਘਰ ਗਏ ਆ, ਮਲਕ ਭਾਗੋ ਦੇ ਤੇ ਉਹਨਾਂ ਨੇ ਕੂੜੇ ਵੀ ਨਹੀਂ ਖਾਂਦੇ। ਕਿਉਂ? ਕਿਉਂਕਿ ਮਲਕ ਭਾਗੋ ਕਰਦਾ ਸੀ ਦਿਖਾਵਾ ਬ੍ਰਹਮ ਭੋਜ ਦਾ, ਵੀ ਮੈਂ ਬਹੁਤ ਵੱਡਾ ਲੰਗਰ ਲਾਇਆ, ਬੜੇ ਬ੍ਰਾਹਮਣ ਮੇਰੇ ਕੋਲ ਆਏ, ਮਰਦ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਉਹਦੇ ਕੋਲ ਜਾਣ ਦਾ। ਤੇ ਜਿਹਦੇ ਘਰੇ ਕਈ ਦਿਨਾਂ ਦੀ ਸੁੱਕੀ ਰੋਟੀ ਹੈ, ਭਾਈ ਲਾਲੋ, ਜਿਹਦੇ ਘਰ ਦੁੱਧ ਵੀ ਨਹੀਂ ਹੈ, ਪਦਾਰਥ ਵੀ ਨਹੀਂ ਹੈ, ਢੋਲ ਵਿੱਚ ਆਟਾ ਵੀ ਨਹੀਂ, ਉਹਦੇ ਘਰ ਕੋਦਰੇ ਦੀ ਰੋਟੀ ਖਾ ਕੇ ਵੀ ਸਤਿਗੁਰ ਕਹਿੰਦੇ ਚ ਦੁੱਧ ਦੀ ਧਾਰ ਵਗਦੀ ਹੈ, ਕਿਉਂਕਿ ਪ੍ਰੇਮ ਹੈ। ਪ੍ਰੇਮ ਤੁਹਾਨੂੰ ਕਿੱਥੇ ਮਿਲੇਗਾ? ਮਹਿਲਾਂ 'ਚ ਨਹੀਂ ਮਿਲਣਾ। ਪ੍ਰੇਮ ਜਦ ਵੀ ਮਿਲਿਆ ਕੱਚੀਆਂ ਕੁੱਲੀਆਂ ਵਿੱਚ ਮਿਲਿਆ। ਆਖੋ ਸਤਿਨਾਮ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪਰਥਾਏ ਹੁਣ ਜ਼ਿਕਰ ਕਰਦੇ, ਕਹਿੰਦੇ ਉਹਨਾਂ ਦਾ ਸਾਥੀ ਭਾਈ ਵਾਲਾ, ਇਹ ਮਾੜਾ ਦੌਰ ਸੀ ਦੁਨੀਆ ਦੀ ਨਜ਼ਰ ਵਿੱਚ, ਸਾਡੇ ਲਈ ਇਹੀ ਮਾੜਾ ਹੈ। ਕੋਈ ਸਾਥੋਂ ਹਿਸਾਬ ਕਿਤਾਬ ਪੁੱਛ ਲਏ ਜੀ, ਕਿਤੇ ਲੜਾਈ ਝਗੜਾ ਹੋਵੇ, ਥਾਣੇ ਕਚਹਿਰੀ ਜਾਣਾ, ਬੰਦਾ ਕਹਿੰਦਾ ਯਾਰ ਮੈਂ ਬੜਾ ਦੁਖੀ ਹਾਂ, ਬੜਾ ਮਾੜਾ ਸਮਾਂ ਚੱਲਦਾ ਮੇਰੇ ਤੇ। ਪਰ ਬੰਦਗੀ ਵਾਲਿਆਂ ਲਈ ਮਾੜਾ ਸਮਾਂ ਹੈ? ਉਹ ਕਹਿੰਦੇ ਨਹੀਂ, ਰੱਬ ਨੇ ਤੇ ਕੋਈ ਸਮਾਂ ਐਸਾ ਬਣਾਇਆ ਨਹੀਂ ਜਿਹੜਾ ਮਾੜਾ ਹੋਵੇ। ਉਹਨੇ ਕੋਈ ਦਿਨ, ਥਿਤ, ਵਾਰ, ਘੜੀ, ਪਲ ਐਸਾ ਨਹੀਂ ਬਣਾਇਆ ਜੋ ਬੁਰਾ ਹੋਵੇ। ਬੁਰੇ ਤੇ ਸੱਜਣਾ ਵਿਚਾਰ ਤੇਰੇ ਨੇ, ਆਖੋ ਸਤਿਨਾਮ, ਜਿਹੜੇ ਤੈਨੂੰ ਰੱਬ ਦੇ ਘਰ ਬਹਿ ਕੇ ਵੀ ਬੈਠਣ ਨਹੀਂ ਦਿੰਦੇ, ਸਤਸੰਗ ਵਿੱਚ ਬਹਿ ਕੇ ਵੀ ਤੈਨੂੰ ਸਤਸੰਗ ਨਾਲ ਜੁੜਨ ਨਹੀਂ ਦਿੰਦੇ। ਮਾੜਾ ਕੀ ਹੈ? ਇੱਥੇ ਕੁਛ ਵੀ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜਿੱਥੇ ਮਹਿਮਾ ਉਹਨਾਂ ਦੇ ਜੀਜਾ ਜੀ ਨੇ ਕੀਤੀ, ਉੱਥੇ ਭਾਈ ਬਾਲੇ ਦੀ ਕੀਤੀ। ਕਹਿੰਦੇ ਧੰਨ ਉਹ ਗੁਰੂ ਕਾ ਸਿੱਖ, ਧੰਨ ਉਹ ਗੁਰਾਂ ਦਾ ਮਿੱਤਰ। ਐਸੇ ਸਮੇਂ ਦੇ ਵਿੱਚ ਵੀ ਨਾਲ ਖੜਿਆ ਸੀ। ਮੰਨ ਲਓ ਜੀ ਹਿਸਾਬ ਕਿਤਾਬ 1% ਮੰਨ ਲਓ ਵੀ ਵਾਧਾ ਘਾਟਾ ਨਿਕਲ ਆਉਂਦਾ, ਤੇ ਫਿਰ ਬਰਾਬਰ ਚੱਲਣਾ ਪੈਂਦਾ ਸੀ। ਗੁਰੂ ਸਾਹਿਬ ਨੇ ਕਿਹਾ ਸੀ ਨਾ ਬਾਲਿਆ, ਜੋ ਕੁਝ ਮਿਲੂਗਾ ਵੰਡ ਕੇ ਮਿਲੂਗਾ। ਜੇ ਪਿਤਾ ਤੋਂ ਝਿੜਕਾਂ ਮਿਲੀਆਂ ਤੇ ਬਰਾਬਰ ਹੋਈਆਂ, ਜੇ ਪਦਾਰਥ ਮਿਲਿਆ, ਕੋਈ ਸੁੱਖ ਮਿਲਿਆ, ਬਰਾਬਰ ਮਿਲਿਆ। ਅੱਜ ਜੇ ਵਾਧਾ ਘਾਟਾ ਵੀ ਹੋਣਾ ਸੀ ਬਰਾਬਰ ਸੀ, ਜੇ ਵਾਧਾ ਤੇ ਤਾਂ ਵੀ ਬਰਾਬਰ ਹੈ। ਕਹਿੰਦੇ ਧੰਨ ਹੈ ਗੁਰੂ ਦਾ ਪਿਆਰਾ, ਜੋ ਇੱਕ ਪਲ ਵੀ ਡੋਲਦਾ ਨਹੀਂ। ਤ੍ਰੈ ਸਹੰਸ ਇਕੀਸਾ, ਆਨੇ ਆਪਨ ਦੀਨ ਮਹੀਸ਼ਾ। ਤੇ ਫਿਰ ਸਪਸ਼ਟ ਜੈ ਰਾਮ ਜੀ ਨੇ ਆਖਿਆ, ਕਹਿੰਦੇ ਵੇਖੋ 3321 ਰੁਪਏ ਨਵਾਬ ਨੇ ਦਿੱਤੇ ਆ। 321 ਉਹਨਾਂ ਦਾ ਵਾਅਦਾ ਸੀ ਜੋ ਗੁਰੂ ਸਾਹਿਬ ਵਾਲੇ ਪਾਸੇ ਵਧੇ ਆ, ਜੋ ਸੱਚੇ ਪਾਤਸ਼ਾਹ ਨੇ ਆਪਣੇ ਪੱਲੇ ਤੋਂ ਪਾਏ ਹੋਏ ਨੇ ਮੋਦੀਖਾਨੇ ਵਿੱਚ ਨਵਾਬ ਦੇਣੇ ਪਏ ਆ। ਪਰ 3000 ਰੁਪਈਆ ਉਹਨੇ ਬਿਨਾਂ ਕਹੇ, ਬਿਨਾਂ ਕਿਸੇ ਤੋਂ ਪੁੱਛੇ ਸਤਿਗੁਰਾਂ ਤੇ ਫਿਦਾ ਹੋ ਕੇ ਦਿੱਤੇ। ਪ੍ਰਸੰਨ ਹੋ ਕੇ ਵੀ ਮੈਂ ਜਿਨ੍ਹਾਂ ਦੀ ਨਿੰਦਿਆ ਕੀਤੀ, ਮੈਂ ਜਿਨ੍ਹਾਂ ਨੂੰ ਬੁਰਾ ਬੋਲਿਆ, ਸੱਚਮੁੱਚ ਉਹ ਕਦੇ ਬੁਰੇ ਵੀ ਨਹੀਂ ਸੀ।
नहीं सोचता सी। जमाने की नज़र सी। तुसी किसी बंदे नूं बहुत चंगा समझदे हो, दो बंदियां ने तुहानूं आके किहा वो तुहाडे बारे इदां कहंदा है, तुहाडे बारे इहो जी सोच रखदा है, सच्ची दूजे दिन तुहाडी नज़र बदल गई उस बंदे बारे जिहनूं तुसी फतेह बुला के लंघदे सी ना, हुण अखां छुपा के ते अखां कढ के लंघोगे। ये की है? लोकां दीयां बोलियां गल्लां दा जहर कन्नां च असर दिल ते कर गया। नवाब ते असर होया सी पर सियाणा निकलिया। बेशक ने बड़े कपट कीते, गुरु साहब नाल बड़ियां कोशिशां कीतियां भी ये जड़ फस जाए, पर मर्द दी ऐसी रहमत सी, समय दा नवाब हथ जोड़ माफी मंगदा सी। भने नानकी सोदर मेरा, तिनको पता राय नहेरा। भैन नानकी दे नेत्रां च हंझू आ गए। उन्हां अपने दुपट्टे नाल साफ कीते, आखण लगे पति देव जी मैं ते अपने वीर नूं कदे वीर ही नहीं मन्निया। वो ते सृष्टि चलाउण वाला है, जिन्हें सवास दुनिया नूं दिते, रिज़क जमाने नूं दिता। ओए उस दाते नूं किहड़े घाटे पै सकदे आ? सतनाम ओह किहड़ी घाट हो सकदी है? वो आप खंडा ब्रह्मंडां दा मालिक है। कहते शुक्र आ उस खुदा परमात्मा दा। नवाब दे दिल विच भी सतगुर आप वरते, जिन्हें गुरु साहब दी अजमत जान लई, भावे थोड़ा ही पछाणिया है, उन्हां पछाण ते लिआए। दिठ शरदा मैं मन ठहराना, सुखदानी ते सो बरसाना। मैं अपने भरा अपने वीर सतगुर ते हमेशा शरधा रखी है, मेरा मन नहीं डोलिया ते उस पातशाह ने कदे डोलण भी दिता नहीं। रब अपने प्यारे नूं कदे नहीं डोलण दिंदा। लखां मुसीबतां उन्हां ते आ जाण, लखां। एक चीज नोट करियो, सिख कौम, सिख धर्म, सिख पंथ दा इतिहास गुरु नानक साहब जी तो लेके पढ़ लियो। भावे गुरु अर्जन देव पातशाह जी का जीवन पढ़ो, सुनो, गुरु तेग बहादुर साहब जी का, गुरु कलगीधर पातशाह, गुरु साहब ने ना, गुरु साहबां दे जीवन विच दुख नहीं आए जी। परिवार उजड़ जाना, सरवंस दा वारिया जाना, चार जानो प्यारे पुत्रां दा शहीद हो जाना, दुख नहीं है? इन्ने दुखां दे विच भी उन्हां शुक्र कीता उस परमात्मा दा। कहंदे सी पंथ वसे मैं उजड़ा मन चाहू खड़ेरा। ते साडा माड़ा जिहा सिर भी दुखदा होवे, असीं रब नूं लांभे दिंदे फिरदे आ, रब्बा मैं इन्ने पाठ सुखमनी दे कर ले, इन्ने जपजी दे कर ले, मेरी सुणदा ही नहीं किथे। ओ भगता गुरु समझाउंदे आ, जे तेरे ते दुख आउण लगे ना, शुक्र करे ओदा। माड़े बंदे नूं ते दुख भी नहीं दिंदा। आखो सतनाम। आ बड़े बड़े राजे महाराजे तुरे फिरदे, सुपने विच भी दुख नहीं हुंदा। की है? तपोराज रजो नरक। जे रब ने तेनू दुख दिता ना, तेरे जीवन में कोई घटना वापरी तो शुक्र कर हर वेले। ओ प्यारिया जे तू मैनू चेते कीता सी, अपने नाल जोड़ना चाहया सी, आ खेड़ तां वरताई है। जे दुख नहीं आऊ ते भाणे किथों मनेगा? जे दुख ही नहीं, भाणे दा कॉन्सेप्ट किथों आएगा? दुनिया दे धर्म बड़े महान ने, बड़े धर्म ने, पर सिख धर्म कोई ऐसा है जिथे सवा सवा मन दा पीसण पीस के गला विच पुत्रां दे सीनिਆਂ दे हार पवा के मावां कहंदियां सी, ऐ धन गुरु नानक साहब सच्चे पातशाह तेरी किरपा दे नाल खन्नी खन्नी रोटी ते गुजारा कीता। लूण दा पानी मीर मनु दियां जेलां दे विच कहंदे सी दिन सुखां भरिया बतीत होया, रात तेरे भाणे अंदर बतीत होवे। आखो सतनाम। उदों शुकराना। ते मेरे वर्गे दा माड़ा मोटा काम ना बने ते ओ रब नूं खुशी दिंदा। सिੱਖੀ 'ਚ ਕੋਈ ਇੱਕ ਚੀਜ਼ ਦੱਸ ਦਿਓ, ਭਾਈ ਤਾਰੂ ਸਿੰਘ ਦਾ ਖੋਪਰਾ ਨਹੀਂ ਰੱਖਿਆ, ਭਾਈ ਮਤੀ ਦਾਸ, ਭਾਈ ਸਤੀ ਦਾਸ ਦੁੱਖ ਨਹੀਂ ਆਏ ਸੀ, ਪਰ ਦੁੱਖਾਂ ਨੂੰ ਦੁੱਖ ਨਹੀਂ ਜਾਣਿਆ। ਅਸੀਂ ਕਿਹੜੇ ਰਾਹ ਲਈ ਫਿਰਦੇ ਆ ਦੁਨੀਆ ਨੂੰ? ਆਓ ਜੀ ਅਰਦਾਸ ਕਰੋ, ਮਰਦ ਤੁਹਾਨੂੰ ਆਹ ਸੁੱਖ ਦੇਗਾ, ਵੀਜ਼ਾ ਲਵਾ ਦੇਗਾ, ਆਹ ਹੋ ਜਾਊਗਾ। ਕੋਈ ਆ ਚੀਜ਼ਾਂ ਮੰਗਣ ਦੀ ਲੋੜ ਨਹੀਂ ਸੀ। ਜਦੋਂ ਤੁਸੀਂ ਉਸ ਪਿਆਰੇ ਦੇ ਬਣ ਗਏ, ਉਹ ਪਿਆਰਾ ਕਦੇ ਰੋਣ ਨਹੀਂ ਦਿੰਦਾ। ਆਖੋ ਸਤਨਾਮ। बिना मंगिया चीज़ां मिलदियां ने। जिहड़े लोग रब नूं नहीं मनदे कि उन्हां कोल धन दौलत गड्डियां नहीं, पदार्थ नहीं, पैसा नहीं, साडे तो 10,000 ਲੱਖਾਂ गुणा ज़्यादा है। ਇਹਦਾ मतलब फिर ते रब उन्हां ते खुश है। बड़ी बार असीं लोक अणजाणपुणे च कहने आ, वेखो जी रब गरीबां दी नहीं सुणदा, रब ते अमीरां दा हो गया। सुणदे हो लोकां तो? ਇਹ ਕੀ है? कोरा अणजाणपुण है भी रब अमीरां दा है, पैसे वाला है। नहीं भाई, भगत कबीर जी नूं पुछो, कोले कोई सज्जण आया सोने का थाल भर के, कहता महापुरखो किरपा करो। कहते कादी? कहता जी धन दौलत शौहरत दुनिया के सारे सुख ने। कहते फिर क्यों आया? कहते अंदर सुखी नहीं, मन सुखी नहीं।
ਉਹਨਾਂ ਬਾਣੀ ਵਿੱਚ ਦਰਜ ਕੀਤਾ ਹੋਇਆ ਹੈ, ਕੰਚਨ ਸਿਉ ਪਾਈਐ ਨਹੀਂ ਤੋਲ। ਕਹਿੰਦੇ ਰੱਬ ਕੰਚਨ ਕਹੀਏ ਸੋਨੇ ਦੇ ਨਾਲ ਤੋਲਿਆ ਨਹੀਂ ਜਾਂਦਾ। ਰੱਬ ਦੀ ਕੀ ਲੋੜ ਹੈ? ਕਿਵੇਂ ਮਿਲੇਗਾ? ਕਹਿੰਦੇ ਰੱਬ ਦੀ ਲੋੜ ਹੈ ਅੰਦਰ ਦੇ ਸਕੂਨ ਵਾਸਤੇ, ਉਹਨੂੰ ਚੇਤੇ ਕਰ। ਮਿਲੇਗਾ ਕਿਵੇਂ? ਮਨ ਦੇ ਰਾਮ ਲਿਆ ਹੈ ਬੋਲ। ਕਹਿੰਦੇ ਜਿਨ੍ਹਾਂ ਨੇ ਮਨ ਵੇਚਤਾ ਰੱਬ ਨੂੰ, ਮਨ ਵੇਚਣ ਤੋਂ ਭਾਵ ਹਉਮੈ ਤਿਆਗ ਕੀਤੀ, ਸਭ ਕੁਝ ਹੀ ਤੇਰਾ ਹੈ। ਤੇ ਜਿੱਦਣ ਹਉਮੈ ਛੱਡਤੀ 98% ਅੰਦਰ ਦੀ ਗਤੀ ਖਤਮ, ਪਾਪ ਖਤਮ, ਸੁਖੀ ਸੁਖ ਨੇ। ਸਾਡੇ ਦੁੱਖਾਂ ਦਾ ਕਾਰਨ ਕੀ ਹੈ? ਸਾਡੀ ਈਗੋ ਹੈ, ਸਾਡੀ ਹਉਮੈ ਹੈ। ਮੈਂ ਕਹਿੰਦਾ ਮੈਨੂੰ ਫਲਾਣਾ ਬੰਦਾ ਗਾਲਾਂ ਕੱਢਦਾ ਹੈ, ਕਿਉਂ ਕੱਢਦਾ ਹੈ ਜੀ? ਮੈਂ ਸਹੀ ਹਾਂ, ਉਹ ਗਲਤ ਹੈ। ਸਾਨੂੰ ਲੱਗਦਾ ਹੈ ਕੀ ਪਤਾ ਹੈ ਮੇਰੀ ਹਉਮੈ ਤੋਂ ਮੇਰਾ ਪਰਿਵਾਰ ਕਿੰਨਾ ਦੁਖੀ, ਮੇਰੇ ਮਿੱਤਰ ਕਿੰਨੇ ਦੁਖੀ, ਮੇਰੇ ਰਿਸ਼ਤੇਦਾਰ ਕਿੰਨੇ ਦੁਖੀ ਨੇ, ਪਰ ਮੈਨੂੰ ਲੱਗਦਾ ਮੈਂ ਚੰਗਾ ਬਣਾ। ਮੇਰਾ ਕੋਈ ਬੁਰਾ ਕਰੇ ਮੈਂ ਹਨੇਰੀਆਂ ਲਿਆ ਦਿੰਦਾ, ਪਰ ਹਾਂ ਕੋਈ ਕਿਸੇ ਦਾ ਬੁਰਾ ਕਰੇ ਉਹ ਬੁਰਾ ਨਾ ਕਰੇ। ਦੁਸ਼ਮਣ ਵੀ ਸੋਚਦਾ ਹੈ ਮੈਨੂੰ ਇੰਨਾ ਬੜਾ ਕੀਤਾ, ਇਹਦਾ ਬੁਰਾ ਕੀਤਾ, ਫਿਰ ਵੀ ਹੱਸ ਕੇ ਬੋਲਦਾ ਹੈ। ਡਿੱਗ ਪੈਂਦੇ ਨੇ। ਇੱਥੇ ਨਵੀ ਸਿੰਘ ਨੇ ਕੀ ਕੁਝ ਨਹੀਂ ਕੀਤਾ ਜੀ, ਮੁਨਸ਼ੀ ਨੇ ਕੀ ਕੁਝ ਨਹੀਂ ਕੀਤਾ, ਨਵਾਬ ਨੇ ਕੀ ਕੁਝ ਨਹੀਂ ਕੀਤਾ, ਨਿੰਦਕਾਂ ਨੇ ਕੀ ਨਹੀਂ ਕੀਤਾ। ਅੱਜ ਉਹ ਸਾਰੇ ਪਿੱਠ ਪਿੱਛੋਂ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਤੇਰੀਆਂ ਤੂੰ ਜਾਣੇ। ਭੈਣ ਨਾਨਕੀ ਆਖਦੀ ਮੇਰਾ ਅਕੀਦਾ ਸੀ ਰੱਬਾ ਮੇਰਿਆ, ਆ ਜੇ ਦੁੱਖ ਦੀ ਘੜੀ ਸਾਨੂੰ ਵਿਖਾਈ ਸੀ, ਸਾਡੀ ਸ਼ਰਧਾ ਪਰਖਣ ਲਈ ਵਿਖਾਈ ਸੀ। ਆਖੋ ਸਤਿਨਾਮ। ਤੇ ਸਾਡੇ ਤੇ ਦੁੱਖ ਆਦੇ ਵੱਡੇ ਵੱਡੇ ਡੋਲ ਜਾਂਦੇ ਆ, ਵੱਡੇ ਵੱਡੇ ਲੋਕਾਂ ਨੂੰ ਉਪਦੇਸ਼ ਦੇਣ ਵਾਲੇ ਕਿਤੇ ਭੀੜ ਪੈ ਜੇ ਨਾ ਘਬਰਾ ਜਾਂਦੇ ਆ। ਆ ਹੁਣ ਪਿੱਛੇ ਜੇ ਕਰੋਨਾ ਦਾ ਯੁੱਗ ਸੀ, ਇਹ ਤੋਂ ਪਹਿਲਾਂ ਕਿੰਨੀਆਂ ਐਡਾਂ ਚੱਲਦੀਆਂ ਸੀ, ਪੂਰਨ ਬ੍ਰਹਮ ਗਿਆਨੀ 108 ਸੁਧਰੇ ਦੀ ਹਲੇ ਵੀ ਨਹੀਂ। ਪਰ ਜਿਸ ਵੇਲੇ ਕਰੋਨਾ ਆ ਗਿਆ ਨਾ ਜੀ, ਮੈਂ ਕਹਿੰਦਾ ਬ੍ਰਹਮ ਗਿਆਨੀਆਂ ਨੇ ਡੇਰਿਆਂ ਨੂੰ ਤਾਲੇ ਲਾ ਲਏ। ਵੇਖਿਓ ਕਿਤੇ ਕੋਈ ਭਗਤ ਸੇਵਾ ਹੀ ਨਾ ਕਰ ਜੇ, ਆਖੋ ਸਤਿਨਾਮ। ਕਦੇ ਕੋਈ ਭਗਤ ਆ ਕੇ ਟੱਚ ਹੀ ਨਾ ਕਰਦੇ ਚਰਨਾਂ ਨੂੰ। ਬਾਬਾ ਕਿੱਥੇ ਆ ਕਰਾਮਾਤ ਹੁਣ? ਤੂੰ ਤੇ ਲੋਕਾਂ ਦੇ ਸਿਰਾਂ ਤੇ ਹੱਥ ਰੱਖਦਾ ਸੀ, ਤੂੰ ਤੇ ਕਹਿੰਦਾ ਸੀ ਮੇਰੇ ਬੋਲਾਂ ਨਾਲ ਦੁਨੀਆ ਦਾ ਭਲਾ ਹੋ ਜੂ। ਸਭ ਤੋਂ ਪਹਿਲਾਂ ਇਹੋ ਜਿਹੇ ਬ੍ਰਹਮ ਗਿਆਨੀ ਵੈਕਸੀਨੇਸ਼ਨ ਕਰਾਉਂਦੇ ਫਿਰਦੇ ਆ। ਪਤਾ ਕਰੋ ਜਾ ਕੇ, ਲਾਈਨਾਂ 'ਚ ਖੜੇ ਆ ਵੀ ਸਾਡੇ ਨਾਲ ਟੀਕਾ ਸਾਨੂੰ ਨਾ ਕੁਛ ਹੋ ਜੇ। ਇਹਨਾਂ ਕੀ ਭਰੋਸਾ ਦੀ ਗੱਲ ਹੈ? ਇੰਨੇ ਭਰੋਸਾ ਦੀ ਸਿਕਿਉਰਟੀਆਂ ਲਈ ਫਿਰਦੇ ਆ। ਕਹਿੰਦੇ ਜੀ ਰੱਬ ਸਹਾਇਤਾ ਕਰਦਾ ਹੈ, ਪਰਮਾਤਮਾ ਸਾਡੇ ਨਾਲ ਖੜੇ ਹੈ, ਫਿਰ ਤੈਨੂੰ ਮੌਤ ਦਾ ਨਾ ਡਰ ਹੈ ਕੀ ਹੈ? ਧਰਮ ਦੇ ਨਾਂ ਤੇ ਪਖੰਡ ਹੋਇਆ। ਗੁਰਬਾਣੀ ਨੇ ਜਿਸ ਪਖੰਡ ਨੂੰ ਕੱਟਿਆ ਉਹ ਸਾਡੇ ਵਿੱਚ ਉਹੀ ਕਰਦਾ ਹੈ। ਗੁਰੂ ਸਾਹਿਬ ਨੇ ਕੀ ਕਿਹਾ ਸੀ? ਆ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੇ ਕਿੰਨੇ ਦੁੱਖ ਆਏ, ਉਹਦਾ ਦੁੱਖ ਜਾਣੇ। ਸਿੱਖਾਂ ਤੇ ਦੁੱਖ ਆਏ ਨੇ। ਪੁੱਛੋ ਭਾਈ ਤਾਰੂ ਸਿੰਘ ਨੂੰ ਵੀ ਖੋਪਰਾਂ ਲਵਾ ਕੇ ਕਿੰਨਾ ਕੁ ਦਰਦ ਹੋਇਆ, ਕਹਿੰਦੇ ਕੋਈ ਦੁੱਖ ਹੀ ਨਹੀਂ ਸੀ, ਸ਼ੁਕਰ ਸੀ ਰੱਬ ਦਾ। ਭਾਈ ਮਤੀ ਦਾਸ ਨੂੰ ਵਾਰੇ ਨਾਲ ਚੀਰਿਆ ਜਾਂਦਾ, ਉਹ ਜਪਜੀ ਦਾ ਜਾਪ ਕਰਦੇ ਨੇ, ਜਲਾਦ ਨੂੰ ਕਹਿੰਦੇ ਆਰਾ ਤਿੱਖਾ ਕਰ, ਕਹਿੰਦੇ ਤੈਨੂੰ ਦਰਦ ਨਹੀਂ ਹੁੰਦਾ, ਡਰ ਨਹੀਂ ਲੱਗਦਾ? ਕਹਿੰਦੇ ਕਿਉਂ ਲੱਗੂ? ਉਹ ਰੱਬ ਮੇਰਾ ਜਿਹੜਾ ਆਰੇ ਦੇ ਦੰਦਿਆਂ ਵਿੱਚ ਹੈ, ਜੋ ਮੇਰੇ ਵਿੱਚ ਹੈ, ਉਹ ਸੱਜਣਾ ਤੇਰੇ ਵਿੱਚ ਵੀ ਤੇ ਹੈਗਾ। ਆਖੋ ਸਤਿਨਾਮ। ਮੈਂ ਤੈਨੂੰ ਜਲਾਦ ਦੇ ਰੂਪ ਚ ਵੇਖਿਆ ਹੀ ਨਹੀਂ। ਜੇ ਹਉਮੈ ਹੁੰਦੀ ਤੇ ਦੇਖਦੇ ਵੀ ਤੂੰ ਮੇਰਾ ਦੁਸ਼ਮਣ, ਬਾਹਰ ਆਈ ਤੈਨੂੰ ਕਿੰਨਾ ਸੋਹਣਾ ਧਰਮ ਹੈ, ਕਿਹੜੇ ਪਾਸੇ ਤੁਰੇ ਫਿਰਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ ਕਿੰਨਾ ਕੁਝ ਸਿਖਾਉਂਦਾ ਹੈ। ਭੈਣ ਨਾਨਕੀ ਜੀਵਨ ਵਿੱਚ ਕਦੇ ਵੀ ਨਹੀਂ ਡੋਲੇ, ਕਦੇ ਵੀ। ਕਿੰਨੇ ਦੁੱਖ ਆਏ ਆ ਜੀ, ਕਿੰਨੇ ਆਉਣਗੇ। ਭਾਵ ਕੀ ਹੈ? ਦੁੱਖਾਂ ਵਿੱਚ ਡੋਲਣਾ ਨਹੀਂ, ਹੌਸਲਾ ਰੱਖਣਾ ਹੈ, ਰੱਬ ਦਾ ਸ਼ੁਕਰ ਕਰਨਾ ਹੈ। ਰੱਬਾ ਤੇਰੀ ਕਾਪੀ ਦੇ ਪੰਨੇ ਵਿੱਚ ਕਿਤੇ ਨਾ ਕਿਤੇ ਸਾਡਾ ਵੀ ਨਾਮ ਆ, ਜਿਹੜੇ ਦੁੱਖ ਪਾਉਣਾ, ਪਰਚੇ ਪਾਉਣਾ। ਦੁੱਖ ਉਹਦੇ ਪਰਚੇ ਨੇ, ਉਹਦੇ ਪਾਏ ਹੋਏ ਪੇਪਰ ਨੇ। ਇਹਨਾਂ ਚੋਂ ਸਿੱਖ ਨੇ ਪਾਰ ਹੋਣਾ ਹੈ ਜਾਂ ਫੇਲ ਹੋਣਾ ਹੈ। ਇਹ ਸਿੱਖ ਨੇ ਜਾਂ ਲੜਾਏ। ਸੁਨ ਸੁਮਤੇ ਇਸ ਦੇ ਸੰਸਾਰਾ, ਬਹੁ ਵਰਸਾਵੇ ਹੋਏ ਉਧਾਰਾ। ਅੱਜ ਭਵਿੱਖ ਦੇ ਬੋਲ ਭੈਣ ਨਾਨਕੀ ਨੇ ਆਪਣੇ ਪਤੀ ਦੇ ਸਾਹਮਣੇ ਆਖੇ ਨੇ। ਕਹਿੰਦੇ ਇੱਕ ਵਕਤ ਆਏਗਾ, ਇੱਕ ਵਕਤ ਆਏਗਾ ਜਦ ਦੁਖੀਆਂ ਦੇ ਸਹਾਰੇ ਮੇਰੇ ਵੀਰ ਗੁਰੂ ਨਾਨਕ ਹੋਣਗੇ। ਆਖੋ ਸਤਿਨਾਮ। ਕੀ ਰੱਬ ਸੁਖੀਆਂ ਦਾ ਸਹਾਰਾ ਨਹੀਂ? ਸਹਾਰਾ ਸਾਰੀ ਸ੍ਰਿਸ਼ਟੀ ਦਾ ਹੀ ਹੈ, ਚੱਲਦਾ ਸਾਰਾ ਕੁਝ ਉਹਦੇ ਨਾਲ। ਪਰ ਜਿਨ੍ਹਾਂ ਨੂੰ ਆਪਣੇ ਬਣਾਉਂਦਾ ਨਾ, ਉਹਨਾਂ ਨੂੰ ਦੁੱਖ ਦੀ ਘੜੀ ਪਾ ਕੇ ਵੇਖਦਾ ਹੈ, ਫਿਰ ਉਹ ਨੇੜੇ ਆਉਂਦੇ ਨੇ, ਤੜਫਦੇ ਨੇ, ਸਮਝਦੇ ਨੇ। ਉਹ ਜਾਣ ਲੈਂਦੇ ਨੇ ਵੀ ਰੱਬ ਨੇ ਸਾਨੂੰ ਆਪਣਾ ਆਪ ਵਾਜਬ ਕਰਾਉਣ ਵਾਸਤੇ ਦੁੱਖ ਦਿੱਤਾ ਹੈ। ਤੇ ਜੇ ਸਮਝੋ ਤੁਹਾਡੇ ਕੋਲ ਬਹੁਤੇ ਸੁੱਖ ਆ ਕੇ ਦੁਨਿਆਵੀ ਤੌਰ ਤੇ ਹੈ, ਵਧੀਆ ਗੱਡੀਆਂ, ਵਧੀਆ ਪਦਾਰਥ, ਤੁਹਾਡਾ ਸਿਰ ਵੀ ਨਹੀਂ ਦੁਖਦਾ, ਦੱਸੋ ਜੀ ਇਹੋ ਜਿਹੇ ਕਿੰਨੇ ਕੁ ਲੋਕ ਨੇ ਜਿਹੜੇ ਗੁਰਦੁਆਰੇ ਆਉਂਦੇ ਆ, ਮੰਦਰ ਮਸਜਿਦ ਜਾਂਦੇ ਆ। ਤਕਰੀਬਨ ਤੁਹਾਨੂੰ ਸਤਸੰਗ ਵਿੱਚ ਗੁਰਦੁਆਰਿਆਂ 'ਚ ਉਹੀ ਲੋਕ ਮਿਲਣਗੇ
ਕਿਤੇ ਨਾ ਕਿਤੇ ਕੋਈ ਨਾ ਕੋਈ ਦੁਖੀ ਹੈ, ਕੋਈ ਨਾ ਕੋਈ ਪਰੇਸ਼ਾਨੀ ਹੈ। ਕਿਉਂ? ਉਹਨੂੰ ਲੱਗਦਾ ਹੈ ਇਸ ਦੁੱਖ ਵਿੱਚ ਦੁਨੀਆ 'ਚ ਕੋਈ ਮੇਰਾ ਨਹੀਂ, ਕੇਵਲ ਮੇਰਾ ਸਤਿਗੁਰੂ ਗੁਰੂ ਨਾਨਕ ਆਖੋ ਸਤਿਨਾਮ। ਉਹੀ ਅਰਦਾਸ ਸੁਣੇਗਾ, ਉਹੀ ਪੁਕਾਰ ਸੁਣੇਗਾ, ਕਿਸੇ ਹੋਰ ਨੇ ਨਹੀਂ ਸੁਣਨੀ। ਦੁਨੀਆ ਤੇ ਸਾਡੀ ਸੁੱਖਾਂ ਦੀ ਮਿੱਤਰ ਹੈ, ਦੁੱਖਾਂ ਦਾ ਮਿੱਤਰ ਕੌਣ ਹੈ? ਸਤਿਗੁਰੂ। ਤੇ ਦੁੱਖ ਕੱਟਦਾ ਵੀ ਆਪ ਹੈ, ਆਪ ਹੀ ਕੱਟ ਦਿੰਦਾ ਹੈ, ਕਿਉਂਕਿ ਦੁੱਖ ਵੀ ਉਹ ਹੈ, ਦੁੱਖ ਦੇਣ ਵਾਲਾ ਵੀ ਉਹ ਹੈ। ਇਹ ਕਦੋਂ ਪਤਾ ਲੱਗੂ? ਜਿੱਦਣ ਜਾਪ ਸਾਹਿਬ ਦੀ ਬਾਣੀ ਦੇ ਅਰਥ ਪੜਾਂਗੇ, ਲਾਂਭੇ ਮੁੱਕ ਜਾਣਗੇ ਵੀ ਧੁੱਪ ਵੀ ਤੂੰ, ਛਾਂ ਵੀ ਤੂੰ, ਸੂਰਜ ਵੀ ਤੂੰ, ਪਾਪ ਵੀ ਤੂੰ, ਪੁੰਨ ਵੀ ਤੂੰ, ਰੱਬਾ ਸੁੱਖ ਵੀ ਤੂੰ ਆ ਤੇ ਦੁੱਖ ਵੀ ਤੂੰ ਹੈ। ਅੱਜ ਇਹ ਤੇ ਸਾਡੀ ਵਿਰਤੀ ਹੈ, ਸਾਨੂੰ ਇਹ ਸਿਖਾਇਆ ਜਾਂਦਾ ਇੱਕ ਸ਼ੈਤਾਨ ਹੈ, ਇੱਕ ਭਗਵਾਨ ਹੈ। ਮੈਂ ਸ਼ੈਤਾਨ ਵਾਲੇ ਪਾਸੇ ਨਹੀਂ ਜਾਣਾ, ਮੈਂ ਭਗਵਾਨ ਵਾਲੇ ਪਾਸੇ ਜਾਣਾ। ਕਿਤੇ ਨਾ ਕਿਤੇ ਪਾੜਾ ਪੈ ਗਿਆ ਨਾ, ਤੇ ਜਿਨ੍ਹਾਂ ਨੇ ਜਾਣਿਆ ਨਾ ਉਹਨਾਂ ਦੇ ਸਾਹਮਣੇ ਜੇ ਕਲਯੁਗ ਆ ਕੇ ਵੀ ਖੜਿਆ ਗੁਰੂ ਨਾਨਕ ਸਾਹਿਬ ਜੀ ਦੀ, ਉਹਨਾਂ ਨੂੰ ਵੀ ਮਾੜਾ ਨਹੀਂ ਕੀਤਾ। ਇਹੀ ਕਾਰਨ ਹੈ ਗੁਰੂ ਨਾਨਕ ਦੇ ਘਰੇ ਚੋਰ ਆ ਜੇ, ਸਾਧ ਆ ਜੇ, ਲੁਟੇਰਾ ਆ ਜੇ, ਮਾੜਾ ਆ ਜੇ, ਸਤ ਸੰਗਤ ਵਿੱਚ ਬਹਿ ਜੇ, ਉਹਨੂੰ ਇਹ ਨਹੀਂ ਕਿਹਾ ਜਾਂਦਾ ਵੀ ਤੂੰ ਚੋਰ ਹੈ। ਉਹਨੂੰ ਕਿਹਾ ਜਾਂਦਾ ਕਿ ਸਾਰੀ ਗੁਰੂ ਕੀ ਸੰਗਤ ਹੈ। ਇਹ ਕੀ ਹੈ? ਇਹ ਚੀਜ਼ਾਂ ਸਿੱਖਣੀਆਂ ਸੀ, ਪਰ ਅਸੀਂ ਜਿਵੇਂ ਦੂਜੇ ਦੁਨੀਆ ਦੇ ਧਰਮ ਚੱਲਦੇ ਸੀ, ਉਹਨਾਂ ਨੂੰ ਕਾਪੀ ਕਰਕੇ ਬਸ ਉਹੀ ਚੇਪੀ ਜਾਂਦੇ, ਕਾਪੀ ਪੇਸਟ। ਗੁਰਬਾਣੀ ਦਾ ਸੰਦੇਸ਼ ਸੁਣਾਇਆ ਹੀ ਕਦੇ ਨਹੀਂ, ਗੁਰਬਾਣੀ ਦੇ ਅਰਥ ਸੁਣਾਏ ਕਦੇ ਨਹੀਂ, ਘੁਮਾ ਫਿਰਾ ਕੇ ਸੁਣਾ ਦਈਦਾ। ਹੁਣ ਮੰਨ ਲਓ ਕਿਤੇ ਕੋਈ ਕਿਸੇ ਦੇ ਅਖੰਡ ਪਾਠ ਸਾਹਿਬ ਤੇ ਮੇਰੇ ਵਰਗਿਆਂ ਦੇ ਦਿਮਾਗ 'ਚ ਫਸਿਆ ਵੀ ਇਹਨਾਂ ਦੀ ਜੇਬ 'ਚੋਂ ਪੈਸੇ ਕਢਾਉਣੇ ਆ, ਕੀ ਕਰਨਾ ਪੈਣਾ? ਜੇ ਉੱਥੇ ਕੋਈ, ਮੈਂ ਬੜੀ ਵਾਰ ਵੇਖਿਆ ਆਪਣੀ ਲਾਈਫ 'ਚ, ਕਿਤੇ ਕੋਈ ਹੁਕਮਨਾਮਾ ਆ ਜੇ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਉਹ ਆਂਦੇ ਥਲ ਦਿੰਦੇ ਨੇ, ਪੜਨਗੇ ਕੀ? ਆਗੈ ਸੁਖ ਮੇਰੇ ਨੀਤਾ ਪਾਛੇ, ਆਨੰਦ ਪ੍ਰਭ ਕੀਤਾ। ਪਰਿਵਾਰ ਕਹਿੰਦਾ ਬਾਬਾ ਜੀ ਬੜੀ ਕਿਰਪਾ ਮਹਾਰਾਜ ਦੀ ਹੋਈ, ਬੜੀ। ਤੇ ਜੇ ਕਿਤੇ ਮੁੱਖ ਵਾਕ ਆ ਜੇ ਖੁਸ਼ੀਆਂ ਦਾ ਸਮਾਂ ਆਨੰਦ ਕਾਰਜ ਦਾ, ਬਾਣੀ ਕਹਿੰਦੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਰਿਹੁ ਹਰ ਭੈ ਨਹੀਂ ਜਾਂਦੇ। ਇੱਥੇ ਆ ਕੇ ਕੀ ਹੋ ਗਿਆ? ਕਹਿੰਦੇ ਦੇਖੋ ਜੀ ਇਹ ਹੁਕਮਨਾਮਾ ਚੰਗਾ ਨਹੀਂ ਹੈ। ਓਏ ਅਸੀਂ ਬਾਣੀ ਤੇ ਕਹਿੰਦੀ ਦਿਨ ਚੰਗੇ ਮਾੜੇ ਨਹੀਂ, ਤੂੰ ਹੁਕਮਨਾਮੇ ਚੰਗੇ ਮਾੜੇ ਬਣਾਉਣੇ ਹੈ। ਗੁਰਬਾਣੀ ਦਾ ਜਿਹੜਾ ਵੀ ਮੁੱਖ ਵਾਕ ਆਉਂਦਾ, ਭਾਵੇਂ ਅਲਾਣੀਆਂ ਦਾ ਜੀ ਆਨੰਦ ਸਾਹਿਬ ਦਾ, ਭਾਵੇਂ ਅਲਾਣੀਆਂ ਦਾ ਜੀ ਆਨੰਦ ਕਾਰਜ ਦੇ, ਉਹਦੇ ਵੀ ਅਰਥ ਉਸ ਸਮੇਂ ਮੁਤਾਬਕ ਹੋਣਗੇ, ਉਸ ਵਕਤ ਮੁਤਾਬਕ ਹੋਣਗੇ। ਉਦੋਂ ਗੁਰੂ ਦੀ ਆਵਾਜ਼ ਗੁਰੂ ਦੀ ਹੋਏਗੀ। ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁਰਾਣੀ ਸਦੀਆਂ ਦਾ ਰਿਕਾਰਡ ਕੱਢ ਕੇ ਵੇਖੋ, ਜਦ ਗੁਰਗੱਦੀ ਦੇ ਵਸਾਏ, ਜਦ ਕਿਤੇ 1984 ਆਇਆ, 1947 ਆਇਆ, ਕਿਤੇ ਬਹੁਤੇ ਸੁੱਖ ਆਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਵਾਜ਼ ਉਹੀ ਸੀ ਜੋ ਸਮਾਜ ਵਿੱਚ ਵਰਤਦਾ ਸੀ। ਆਖੋ ਸਤਿਨਾਮ। ਗੁਰੂ ਦਾ ਸ਼ਬਦ ਬੜਾ ਵੱਡਾ, ਇਹ ਸਾਡੀ ਸੋਚ ਛੋਟੀ ਵੱਡੀ ਹੈ। ਗੁਰਬਾਣੀ ਪੂਜਣਯੋਗ ਹੈ, ਮਹਾਨ ਪੂਜਨੀਕ ਹੈ। ਇਸ ਬਾਣੀ ਨੂੰ ਪੜ੍ਹੀਏ, ਵਿਚਾਰੀਏ। ਭੈਣ ਨਾਨਕੀ ਨੇ ਸਪਸ਼ਟ ਕਹਿਤਾ, ਮੇਰਾ ਵੀਰ ਦੁਖੀਆਂ ਦੇ ਦੁੱਖ ਦੂਰ ਕਰੇਗਾ, ਤੇ ਕੀਤੇ ਵੀ ਆ, ਅੱਜ ਵੀ ਕਰਦੇ ਨੇ। ਗੁਰੂ ਨਾਨਕ ਸਾਹਿਬ ਦੇ ਦਰ ਤੇ ਆਇਆ ਬੰਦਾ ਕਦੇ ਖਾਲੀ ਨਹੀਂ ਜਾਂਦਾ। ਐਡਾ ਵੱਡਾ ਦਰ ਉਹਨਾਂ ਦਾ, ਭੁੱਖਾ ਜੇ, ਪਿਆਸਾ ਜੇ, ਨੰਗਾ ਜੇ, ਦੁਖੀ ਆ ਜੇ, ਸਭ ਨੂੰ ਗੜਲਣ ਲਾਉਂਦੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ। ਭੈਣ ਜੀ ਨੇ ਨੇਤਰਾਂ 'ਚ ਅਥਰੂ ਬਹਾ ਕੇ ਕਹਿੰਦੇ, ਸ਼ੁਕਰ ਮੇਰਾ ਸਰੀਰ ਦਾ, ਜਿਹਨੇ ਸਾਨੂੰ ਇਹ ਦੁੱਖ ਦੀ ਘੜੀ ਵਿੱਚ ਪਾ ਕੇ ਅਹਿਸਾਸ ਕਰਾਇਆ ਅਸੀਂ ਰੱਬ ਦੇ ਕਿੰਨੇ ਕਰੀਬੀ ਹਾਂ। ਆਖੋ ਸਤਿਨਾਮ। ਕਿੰਨੇ ਵੱਡੇ ਭਾਗ ਨੇ ਸਾਡੇ। ਸੋ ਇੱਥੇ ਕਵੀ ਜੀ ਨੇ ਸਾਰੇ ਪ੍ਰਸੰਗ ਦੀ ਸਮਾਪਤੀ ਕਰ ਦਿੱਤੀ ਹੈ। ਅਗਲਾ ਪ੍ਰਸੰਗ ਆਰੰਭ ਹੋਏਗਾ, ਹੁਣ ਇੱਕ ਅਲੱਗ ਮਾਹੌਲ ਦਾ ਹੋਏਗਾ। ਇੱਥੇ ਦਾ ਮਾਹੌਲ ਕਿਵੇਂ ਸੀ? 321 ਦਾ ਵਾਧਾ ਕਿੰਨਾ ਗੁਲ ਹੋ ਗਿਆ ਸੀ, ਦੁਨੀਆ ਇੱਕ ਪਾਸੇ ਬਦਲ ਗਈ ਸੀ। ਹੁਣ ਮਹਾਕਵੀ ਭਾਈ ਸੰਤੋਖ ਸਿੰਘ ਨੇ ਅਗਲਾ ਟਰੈਕ ਹੋਰ ਤਰੀਕੇ ਦਾ ਕਰ ਦੇਣਾ, ਕਿਉਂਕਿ ਗੁਰੂ ਸਾਹਿਬ ਦੇ ਜੀਵਨ ਦਾ ਸਫ਼ਰ ਹੈ। ਜਿਵੇਂ ਜਿਵੇਂ ਪਾਤਸ਼ਾਹ ਕਿਰਪਾ ਕਰਨਗੇ, ਆਉਣ ਵਾਲੇ ਦਿਨਾਂ ਵਿੱਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।